आप लेहो तुम कथा सुधारी। सतनाम श्री वाहिगुरु साहिब जी। कट्टू शाह निकट अब जावो, धर शरदा मद तिस अचावो। सुन प्रसन्न जब कर हो ताहे, ਇਹ ਸਗਰੋ ਤੈਸੇ ਬਨ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਮਹਾਰਾਜ ਦਾ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਮਾਤਾ ਜੀ ਮਾਤਾ ਭਾਗ ਭਰੀ ਜੀ ਦੀ ਬੇਨਤੀ, ਉਹਨਾਂ ਦੀ ਅਰਦਾਸ ਸੁਣ ਕੇ ਮਾਤਾ ਜੀ ਦੀ ਭਾਵਨਾ ਪੂਰੀ ਕਰਨ ਲਈ ਕਸ਼ਮੀਰ ਨੂੰ ਰਵਾਨਾ ਹੋਏ ਨੇ। ਕਿਉਂਕਿ ਮਾਤਾ ਜੀ ਨੇ ਆਪਣੇ ਹੱਥੀਂ ਸੂਤਰ ਕੱਤ ਕੇ ਚੋਲਾ ਤਿਆਰ ਕੀਤਾ ਸੀ ਕਿ ਜੇ ਛੇਵੇਂ ਪਾਤਸ਼ਾਹ ਇੱਥੇ ਆਉਣਗੇ ਤਾਂ ਭੇਟਾ ਕਰਾਂਗੇ। ਸੰਗਤ ਕਹਿੰਦੀ ਸੀ, ਮਾਤਾ ਛੇਵੇਂ ਪਾਤਸ਼ਾਹ ਤੇਰਾ ਖੱਦਰ ਦਾ ਚੋਲਾ ਲੈਣ ਲਈ ਇੰਨੀ ਦੂਰ ਕਿਵੇਂ ਆਉਣਗੇ? ਤੇਰਾ ਚੋਲਾ ਪਿਆ ਰਹਿ ਜਾਣਾ, ਇਹਨੂੰ ਤੂੰ ਅੰਮ੍ਰਿਤਸਰ ਭੇਜ ਦੇ, ਗੁਰੂ ਸਾਹਿਬ ਪਾ ਲੈਣਗੇ, ਤੇਰੀ ਸੇਵਾ ਲੇਖੇ ਲੱਗ ਜਾਏਗੀ। ਸੇਵਾਦਾਸ ਵੀ ਆਪਣੀ ਮਾਂ ਨੂੰ ਇਹੀ ਕਹਿੰਦਾ ਸੀ। ਪਰ ਧੰਨ ਮਾਤਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਰੂਰ ਆਉਣਗੇ, ਅਵਸ਼ ਆਉਣਗੇ, ਮੈਂ ਆਪਣੇ ਹੱਥੀਂ ਚੋਲਾ ਪਵਾਵਾਂਗੀ ਅਤੇ ਫਿਰ ਮੇਰੇ ਮਨ ਨੂੰ ਸੰਤੋਖ ਆਏਗਾ ਅਤੇ ਮੇਰੀ ਮੁਕਤੀ ਹੋਏਗੀ। ਉਸ ਮਾਈ ਦਾ ਇੱਕ ਚੋਲਾ ਪ੍ਰੇਮ ਦੀ ਖੇਡ ਹੈ। ਉਹ ਲੈਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਗਭਗ 1000-1500 ਮੀਲ ਦਾ ਪੈਂਡਾ ਪਹਾੜਾਂ ਦਾ ਉਹ ਚੜ੍ਹ ਕੇ ਗਏ ਨੇ। ਬਹੁਤ ਦੂਰ ਹੈ ਅਤੇ ਉੱਥੇ ਕਸ਼ਮੀਰ ਜਾ ਕੇ ਦਰਸ਼ਨ ਦਿੱਤੇ ਹੈ। ਉੱਥੇ ਹੀ ਜਿਹੜਾ ਸ਼੍ਰੀਨਗਰ ਦੇ ਰਸਤੇ 'ਚ ਇੱਕ ਸਥਾਨ ਪੈਂਦਾ ਹੈ ਜਿੱਥੇ ਗੁਰਦੁਆਰਾ ਵੀ ਹੁਣ ਬਣਿਆ ਹੋਇਆ। ਭਾਈ ਕੱਟੂ ਸ਼ਾਹ ਇੱਕ ਮੁਸਲਮਾਨ ਫਕੀਰ, ਗੁਰੂ ਦਾ ਪਿਆਰਾ, ਆਈਆਂ ਹੋਈਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਜਲ ਪਾਣੀ ਛਕਾਉਂਦਾ। ਮੰਜੇ ਡਾਏ ਹੋਏ ਨੇ, ਆਰਾਮ ਕਰਦੇ ਸੰਗਤ ਦੁਪਹਿਰਾ ਕੱਟ ਕੇ ਰਾਤ ਕੱਟ ਕੇ ਫਿਰ ਅੱਗੇ ਤੁਰ ਪੈਂਦੀ ਹੈ। ਭਾਈ ਕੱਟੂ ਸ਼ਾਹ ਜੀ ਦੇ ਕੋਲ ਸੰਗਤ ਦਾ ਇੱਕ ਜਥਾ ਪਹੁੰਚਿਆ। ਉਹ ਸੰਗਤ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸ਼੍ਰੀਨਗਰ ਜਾਣਾ ਸੀ। ਭਾਈ ਕੱਟੂ ਸ਼ਾਹ ਜੀ ਦੇ ਕੋਲ ਰਾਤ ਰੁਕੇ, ਸਵੇਰੇ ਤੁਰਨ ਲੱਗੇ। ਭਾਈ ਕੱਟੂ ਸ਼ਾਹ ਨੇ ਪੁੱਛਿਆ, ਸਾਧ ਸੰਗਤ ਜੀ, ਆਹ ਤੁਹਾਡੇ ਕੋਲ ਘੜਾ ਭਰਿਆ ਹੈ, ਕਾਹਦਾ ਹੈ? ਇਸ ਘੜੇ 'ਚ ਕੀ ਹੈ? ਸੰਗਤ ਕਹਿਣ ਲੱਗੀ, ਜੀ ਇਹਦੇ 'ਚ ਸ਼ਹਿਦ ਹੈ, ਜਿਹਨੂੰ ਆਪਾਂ ਮਾਖਿਓਂ ਹਨੀ ਸ਼ਹਿਦ ਕਹਿੰਦੇ ਆ। ਇਹਦੇ ਵਿੱਚ ਛੋਟੀ ਮੱਖੀ ਦਾ ਨਿੱਕੀ ਮੱਖੀ ਦਾ ਸ਼ਹਿਦ ਹੈ, ਜਿਹੜਾ ਬਹੁਤ ਦੁਰਲੱਭ ਹੁੰਦਾ। ਅਸੀਂ ਬੜੀ ਮੁਸ਼ਕਿਲ ਨਾਲ ਲੱਭ ਕੇ ਇਕੱਠਾ ਕਰਕੇ ਬੜਾ ਚੰਗੀ ਕਿਸਮ ਦਾ ਇਹ ਸ਼ਹਿਦ ਲੈ ਚੱਲਿਆ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਭੇਟਾ ਕਰਨਾ। ਭਾਈ ਕੱਟੂ ਸ਼ਾਹ ਜੀ ਸਾਧੂ ਸੁਭਾਅ ਸਨ, ਕਹਿਣ ਲੱਗੇ, ਇੱਕ ਚਮਚਾ ਕੁ ਮੈਨੂੰ ਦਿਓ, ਮੇਰਾ ਵੀ ਜੀਅ ਕਰਦਾ ਸ਼ਹਿਦ ਚੱਕ ਕੇ ਵੇਖਣ ਨੂੰ। ਸੰਗਤ ਕਹਿਣ ਲੱਗੀ, ਜੀ ਇਹ ਸ਼ਾਇਦ ਪਹਿਲਾਂ ਗੁਰੂ ਸਾਹਿਬ ਨੂੰ ਭੋਗ ਲੱਗੇਗਾ, ਗੁਰੂ ਹਰਗੋਬਿੰਦ ਸਾਹਿਬ ਛਕਣਗੇ, ਫਿਰ ਕਿਸੇ ਨੂੰ ਮਿਲੇਗਾ। ਉਹ ਸਿੱਖ ਚੁੱਪ ਕਰ ਗਿਆ ਅਤੇ ਸੰਗਤ ਉਹ ਘੜਾ ਲੈ ਕੇ ਉੱਥੋਂ ਕੋਈ 50 ਮੀਲ ਬਣ ਜਾਂਦਾ, 40-50 ਮੀਲ ਸ਼੍ਰੀਨਗਰ। ਥੋੜ੍ਹਾ ਵੱਧ ਘੱਟ ਹੋਵੇਗਾ ਕਿਉਂਕਿ ਸਾਨੂੰ ਗਿਆ ਨੂੰ ਵੀ 5-6 ਸਾਲ ਹੋ ਗਏ ਨੇ। ਤੋ ਉਹ ਇੱਕ ਦਿਨ ਦਾ ਪਿੰਡ ਸੀ, ਪੈਦਲ ਤੁਰ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ। ਅਗਲੇ ਦਿਨ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਸ਼ਹਿਦ ਵਾਲਾ ਭਾਂਡਾ ਰੱਖਿਆ। ਗੁਰੂ ਜੀ ਕਹਿੰਦੇ, ਕੀ ਲੈ ਕੇ ਆਏ ਹੋ? ਕਹਿੰਦੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਤੁਹਾਡੇ ਵਾਸਤੇ ਬੜਾ ਵਧੀਆ ਛੋਟੀ ਮੱਖੀ ਦਾ
ਸ਼ਹਿਦ ਹੈ, ਤੇ ਆਪ ਜੀ ਭੋਗ ਲਾਓ। ਮਹਾਰਾਜ ਕਹਿੰਦੇ ਖੋਲੋ ਭਾਂਡਾ। ਜਦੋਂ ਭਾਂਡੇ ਦਾ ਢੱਕਣ ਚੁੱਕਿਆ ਘੜੇ ਦਾ, ਤੇ ਵਿੱਚ ਕੀੜੇ ਪਏ ਹੋਏ, ਕੀੜੇ ਕੁਰਬਲ ਕੁਰਬਲ ਕਰਦੇ, ਸ਼ਾਇਦ ਦੇਖਣ ਨੂੰ ਜੀ ਨਹੀਂ ਕਰਦਾ। ਸਾਰੇ ਹੈਰਾਨ ਹੋ ਗਏ। ਮਹਾਰਾਜ ਕਹਿੰਦੇ ਕੀ ਲੈ ਆਏ? ਉਹ ਕਹਿੰਦੇ ਜੀ ਇਹ 'ਚ ਪਤਾ ਨਹੀਂ ਕੀ ਹੋਇਆ, ਕੀੜੇ ਪੈ ਗਏ। ਮਹਾਰਾਜ ਕਹਿੰਦੇ ਅਸੀਂ ਤੁਹਾਡੇ ਤੋਂ ਸ਼ਹਿਦ ਮੰਗਿਆ ਸੀ, ਤੁਸੀਂ ਨਾ ਕਰ ਦਿੱਤੀ ਸੀ, ਇਸ ਕਰਕੇ ਇਹਦੇ 'ਚ ਕੀੜੇ ਪੈ ਗਏ। ਸਿੱਖ ਕਹਿੰਦੇ ਮਹਾਰਾਜ ਤੁਸੀਂ ਤੇ ਹੁਣ ਸਾਨੂੰ ਮਿਲੇ ਹੋ, ਤੁਹਾਡੇ ਚਰਨਾਂ 'ਚ ਤਾਂ ਮਹਾਰਾਜ ਅਸੀਂ ਹੁਣੇ ਆਏ ਹਾਂ, ਤੇ ਆਪ ਜੀ ਨੇ ਕਦੋਂ ਮੰਗਿਆ ਸੀ? ਮਹਾਰਾਜ ਕਹਿੰਦੇ ਕੱਲ੍ਹ ਮੰਗਿਆ ਸੀ। ਕਹਿੰਦੇ ਮਹਾਰਾਜ ਕੱਲ੍ਹ ਤੇ ਅਸੀਂ ਤੁਹਾਡੇ ਕੋਲ ਹੈ ਨਹੀਂ ਸੀ। ਮਹਾਰਾਜ ਕਹਿੰਦੇ ਕੱਟੂ ਮੈਂ ਹਮ ਜਾਚਨ ਠਾਨਾ, ਅਸੀਂ ਭਾਈ ਕੱਟੂ ਦੇ ਰੂਪ 'ਚ ਮੰਗਿਆ ਸੀ, ਕਿਉਂਕਿ ਮੇਰਾ ਸਿੱਖ ਮੇਰਾ ਹੀ ਰੂਪ ਹੁੰਦਾ। ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਵਿੱਤਰ ਗੁਰਵਾਕ ਆਏ ਨੇ, ਦਾਸ ਆਨੰਦ ਮੇਰੋ ਨਿਜ ਰੂਪ। ਮੇਰਾ ਜਿਹੜਾ ਆਨੰਦ ਸੇਵਕ ਹੈ ਮੇਰਾ ਹੀ ਰੂਪ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਪਰਮੇਸ਼ਰ ਵਿੱਚ ਤੇ ਪਰਮੇਸ਼ਰ ਦੇ ਭਗਤਾਂ 'ਚ ਰੱਤੀ ਜਿੰਨਾ ਵੀ ਫਰਕ ਨਹੀਂ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ, ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ, ਇੱਕੋ ਹੀ ਨੇ। ਗੁਰ ਉਪਦੇਸ਼ ਚਲਾਏ, ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਗੁਰ ਚੇਲਾ ਹੈ, ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ। ਕਹਿਣ ਲੱਗੇ ਮੇਰਾ ਸੇਵਕ ਭਾਈ ਕੱਟੂ ਸ਼ਾਹ ਮੇਰਾ ਰੂਪ ਹੈ, ਮੇਰੇ 'ਚ ਉਹਦੇ 'ਚ ਕੋਈ ਫਰਕ ਨਹੀਂ। ਤੁਸੀਂ ਫਰਕ ਕੀਤਾ, ਗੁਰੂ ਸਿੱਖ ਦਾ ਭੇਦ ਪਾਇਆ, ਇਸ ਕਰਕੇ ਇਹ ਕੀੜੇ ਪੈ ਗਏ। ਸਿੱਖ ਕਹਿਣ ਲੱਗੇ ਮਹਾਰਾਜ ਸਾਡੀ ਭੁੱਲ ਮਾਫ ਕਰੋ, ਇਹਨੂੰ ਸ਼ਹਿਦ ਨੂੰ ਠੀਕ ਕਰੋ। ਮਹਾਰਾਜ ਕਹਿੰਦੇ ਠੀਕ ਤਾਂ ਹੋਏਗਾ, ਜਾਓ ਪਹਿਲਾਂ ਭਾਈ ਕੱਟੂ ਸ਼ਾਹ ਨੂੰ ਛਕਾਓ, ਉਹ ਭੋਗ ਲਾਏਗਾ, ਛਕੇਗਾ, ਤੇ ਫਿਰ ਸ਼ਾਇਦ ਠੀਕ ਹੋਏਗਾ। ਉੱਥੋਂ ਕੀ ਹੁਕਮ ਹੋ ਰਿਹਾ ਉਹ ਸੁਣੀਏ ਪਿਆਰ ਨਾਲ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਟੂ ਸ਼ਾਹ ਨਿਕਟ ਅਬ ਜਾਵੋ। ਮਹਾਰਾਜ ਕਹਿੰਦੇ ਜਾਓ, ਆ ਘੜਾ ਭਾਂਡਾ ਸ਼ਹਿਦ ਦਾ ਭਰਿਆ ਲੈ ਜਾਓ, ਭਾਈ ਕੱਟੂ ਸ਼ਾਹ ਦੇ ਕੋਲ ਜਾਓ। ਧਰ ਸ਼ਰਦਾ ਮਦ ਤਿਸੈ ਅਚਾਵੋ। ਤੇ ਸ਼ਰਧਾ ਨਾਲ ਬੜੀ ਭਾਵਨਾ ਨਾਲ ਉਹਨੂੰ ਇਹ ਸ਼ਹਿਦ ਛਕਾਓ। ਸੋ ਪ੍ਰਸੰਨ ਜਬ ਕਰਿਓ ਤਾਹੇ। ਜਦੋਂ ਭਾਈ ਕੱਟੂ ਜੀ ਸੋ ਪ੍ਰਸੰਨ ਹੋ ਜਾਣਗੇ, ਭਾਈ ਕੱਟੂ ਜੀ ਖੁਸ਼ ਹੋ ਜਾਣਗੇ, ਇਹ ਸਗਰੋ ਤੈਸੇ ਬਨ ਜਾਹੇ। ਇਹ ਸ਼ਾਇਦ ਉਹ ਠੀਕ ਹੋ ਜਾਏਗਾ ਜਿਵੇਂ ਪਹਿਲਾਂ ਸੀ ਨਾ, ਖੁਸ਼ਬੂਦਾਰ, ਬੜਾ ਸੋਹਣਾ, ਸੁਗੰਧੀ ਵਾਲਾ। ਆ ਕੀੜੇ ਕੂੜੇ ਖਤਮ ਹੋ ਜਾਣਗੇ, ਇਹਦੇ ਵਿੱਚੋਂ ਬੜੀ ਖੁਸ਼ਬੂ ਆਏਗੀ, ਬੜੀ ਸੁਗੰਧੀ ਆਏਗੀ। ਫਿਰ ਸੁਨ ਸਤਿਗੁਰ ਤੇ ਉਰ ਪਛਤਾਏ। ਉਹ ਸਿੱਖ ਜਿਹੜੇ ਸ਼ਹਿਦ ਲੈ ਕੇ ਆਏ ਸੀ, ਮਹਾਰਾਜ ਛੇਵੇਂ ਪਾਤਸ਼ਾਹ ਦਾ ਬਚਨ ਸੁਣ ਕੇ ਬੜਾ ਪਛਤਾਤਾਪ ਕਰਨ ਲੱਗੇ, ਸਾਡੇ ਤੋਂ ਬੜੀ ਗਲਤੀ ਹੋਈ, ਅਸੀਂ ਬਹੁਤ ਵੱਡੀ ਭੁੱਲ ਕਰ ਬੈਠੇ ਹਾਂ ਜਿਹੜੇ ਭਾਈ ਕੱਟੂ ਸ਼ਾਹ ਜੀ ਨੂੰ ਜਵਾਬ ਦਿੱਤਾ। ਗੁਰੂ ਕੇ ਸਿੱਖ ਨੂੰ ਗੁਰੂ ਦਾ ਰੂਪ ਸਮਝਣਾ ਚਾਹੀਦਾ, ਬਾਣੀ ਤਾਂ ਕਹਿੰਦੀ ਹੈ, ਪਰ ਸਿੱਖ ਮੰਨਦੇ ਕੋਈ ਨਹੀਂ। ਅੱਜ ਵੀ ਸਾਡੀ ਇਹੀ ਹਾਲਤ ਹੈ ਵੀ ਮਹਾਰਾਜ ਤਾਂ ਕਹਿੰਦੇ ਵੀ ਖਾਲਸਾ ਮੇਰਾ ਰੂਪ ਹੈ ਖਾਸ, ਅਸੀਂ ਸਿੱਖ ਨੂੰ ਵੇਖ ਕੇ ਮੱਥੇ ਤੇ ਤਿਉੜੀ ਪਾ ਲੈਂਦੇ ਵੀ ਇਹ ਕਿਉਂ ਆ ਗਿਆ ਗੁਰਦੁਆਰੇ, ਇਹ ਮੇਰੇ ਸਾਹਮਣੇ ਕਿਉਂ ਆ ਗਿਆ, ਇਹ ਮੈਨੂੰ ਮੱਥੇ ਕਿਉਂ ਲੱਗ ਗਿਆ। ਜਦੋਂ ਕਿ ਸਿੰਘ ਨੂੰ ਵੇਖ ਕੇ ਇਹਦਾ ਮਨ ਖੁਸ਼ ਹੋ ਜਾਣਾ ਚਾਹੀਦਾ। ਇੱਦਾਂ ਦੋਵੇਂ ਹੱਥ ਜੁੜਨੇ ਚਾਹੀਦੇ ਨੇ, 32 ਦੰਦ ਖਿੜਨੇ ਚਾਹੀਦੇ ਆ, ਅੱਖਾਂ 'ਚ ਚਮਕ ਆਉਣੀ ਚਾਹੀਦੀ ਵੀ ਗੁਰੂ ਕਾ ਸਿੰਘ ਆਇਆ। ਤੇ ਜੇ ਆਪਾਂ ਸਿੰਘ ਨੂੰ ਵੇਖ ਕੇ ਤਿਉੜੀ ਪਾਉਂਦੇ ਹਾਂ, ਫਿਰ ਗੁਰੂ ਸਾਹਿਬ ਨੂੰ ਵੇਖ ਕੇ ਤਿਉੜੀ ਪਾ ਰਹੇ ਹਾਂ। ਮਹਾਰਾਜ ਦੇ ਸਿੱਖਾਂ ਨੂੰ ਹੁਣ ਸਮਝ ਆਈ ਵੀ ਸਾਠੋਂ ਭੁੱਲ ਹੋ ਗਈ, ਜੋ ਭਾਈ ਕੱਟੂ ਸ਼ਾਹ ਜੀ ਨੂੰ ਅਸੀਂ ਜਲ ਪਾਣੀ ਜੋ ਉਹਨਾਂ ਨੇ ਮੰਗਿਆ ਸੀ ਸ਼ਾਇਦ ਉਹ ਨਹੀਂ ਛਕਾਇਆ। ਹਾਂਜੀ, ਕੱਟੂ ਸ਼ਾਹੋ ਸਿੱਖ ਅਦਕਾਏ। ਭਾਈ ਕੱਟੂ ਸ਼ਾਹ ਜੀ ਸਾਡੇ ਵੱਡੇ ਮਹਾਨ ਸਿੱਖ ਹਨ,
ਅਧਿਕ ਅਵਸਥਾ ਉੱਚੀ ਉਹਨਾਂ ਦੀ, ਬ੍ਰਹਮ ਗਿਆਨੀ ਮਹਾਂਪੁਰਸ਼ ਹਨ। ਨਿਜ ਦਾਸਨ ਮਹਿ ਬਾਸ ਕਰੰਤਾ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ 'ਚ ਰਹਿਣਾ, ਮੇਰਾ ਸਰੀਰ ਮੇਰਾ ਸਰੂਪ ਮੇਰੇ ਸਿੱਖ ਨੇ, ਜਿੰਨੀ ਮੇਰੀ ਸੰਗਤ ਹੈ ਮੇਰਾ ਰੂਪ ਹੈ, ਮੈਂ ਆਪਣੇ ਸੇਵਕਾਂ 'ਚ ਵਸਦਾ ਹਾਂ। ਸਰਬ ਸਥਲ ਮਹਿ ਗੁਰ ਭਗਵੰਤਾ। ਇਹ ਗੁਰੂ ਜਿਹੜਾ ਨਾ, ਗੁਰੂ ਸਭ ਥਾਵਾਂ ਤੇ ਹੈ, ਘੱਟ ਘੱਟ ਵਿੱਚ ਵਿਆਪਕ ਹੈ। ਜਿੰਨੀ ਗੁਰੂ ਕੀ ਸੰਗਤ ਹੈ ਗੁਰੂ ਦਾ ਹੀ ਰੂਪ ਹੈ, ਜਿੰਨੇ ਸਿੱਖ ਨੇ ਗੁਰੂ ਦਾ ਹੀ ਰੂਪ ਨੇ। ਮੈਂ ਘੱਟ ਘੱਟ 'ਚ ਵਸ ਰਿਹਾ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਮਹਾਰਾਜ ਦੀ ਜੋਤ ਹਰ ਜਗ੍ਹਾ ਤੇ ਬਿਰਾਜਮਾਨ ਹੈ। ਐਸੀ ਕੋਈ ਥਾਂ ਨਹੀਂ ਜਿੱਥੇ ਅਕਾਲ ਪੁਰਖ ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਹਨ। ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਬਸਰਿਆ। ਨਾਨਕ ਏਕ ਓੰਕਾਰ, ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ। ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਸਤਿਗੁਰੂ ਕਹਿਣ ਲੱਗੇ ਮੇਰਾ ਹਰ ਥਾਂ ਦੇ ਵਾਸਾ ਹੈ। ਮਾਨ ਬਚਨ ਕੋ ਬਹੁਰ ਪਧਾਰੇ। ਸਤਿਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਸੰਗਤ ਘੜਾ ਚੁੱਕ ਲਿਆ ਸ਼ਹਿਦ ਵਾਲਾ ਤੇ ਵਾਪਸ ਚੱਲ ਪਈ। ਲੈ ਮਦ ਬਾਸਨ ਬਿਲਮ ਨਿਵਾਰੇ। ਉਹ ਉੱਥੋਂ ਬੜੀ ਤੇਜ਼ੀ ਨਾਲ ਤੁਰੇ ਹਨ, ਛੇਤੀ ਨਾਲ ਤੁਰੇ ਹਨ। ਸੰਧਿਆ ਸਮੇਂ ਪਹੁੰਚੇ ਜਾਏ। ਵਾਹਵਾ ਲੰਮਾ ਪਿੰਡਾ ਹੈ, ਲਗਭਗ 40-50 ਮੀਲ। ਉਹਨਾਂ ਪਿੰਡਾ ਸਾਰਾ ਦਿਨ ਕਰਦੇ ਕਰਦੇ ਸ਼ਾਮ ਨੂੰ ਪਹੁੰਚੇ। ਕੱਟੂ ਸ਼ਾਹ ਹੇਰ ਮੁਸਕਾਏ। ਭਾਈ ਕੱਟੂ ਸ਼ਾਹ ਜੀ ਦੇ ਕੋਲ ਜਾ ਕਰਕੇ ਸਿੱਖਨ ਕੋ ਗੁਰ ਮਾਨ ਰਖੰਤਾ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਦਾ ਮਾਣ ਰੱਖਦੇ ਹਨ। ਨਿਜ ਤੇ ਅਧਕਾਵਤ ਭਗਵੰਤਾ। ਆਪਣੇ ਤੋਂ ਜ਼ਿਆਦਾ ਗੁਰੂ ਆਪਣੇ ਸਿੱਖਾਂ ਨੂੰ ਮਾਣ ਦਿੰਦੇ ਹਨ। ਤਿਨਹੁ ਜਾਏ ਧਰ ਮਧੂ ਅਗਾਰੀ। ਕਹਿੰਦੇ ਜਾ ਕੇ ਨਾ ਸ਼ਹਿਦ ਅੱਗੇ ਰੱਖ ਦਿੱਤਾ। ਛਿਮਹੁ ਅਵਗਿਆ ਬਿਨੈ ਉਚਾਰੀ। ਤੇ ਭਾਈ ਕੱਟੂ ਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਾਡੀ ਭੁੱਲ ਅਵਗਿਆ ਗਲਤੀ ਮਾਫ ਕਰ ਦਿਓ। ਬਾਸਨ ਤੇ ਨਿਕਾਸ ਮਦ ਲੀਨਾ। ਔਰ ਸਾਧ ਸੰਗਤ ਜੀ ਉਹ ਘੜੇ ਵਿੱਚੋਂ ਸ਼ਹਿਦ ਕੱਢਿਆ ਹੈ। ਕੱਟੂ ਸ਼ਾਹ ਖਾਨ ਤਬ ਕੀਨਾ। ਤੇ ਭਾਈ ਕੱਟੂ ਸ਼ਾਹ ਜੀ ਨੂੰ ਦਿੱਤਾ। ਭਾਈ ਕੱਟੂ ਸ਼ਾਹ ਜੀ ਬੜੇ ਭੋਲੇ ਸੁਭਾਅ ਦੇ ਸਨ। ਅੱਜ ਵੀ ਉਹਨਾਂ ਦੀ ਕਬਰ ਉੱਥੇ ਬਣੀ ਹੋਈ, ਕਿਉਂਕਿ ਮੁਸਲਮਾਨ ਸਨ, ਪਰ ਕਸ਼ਮੀਰ ਦੇ ਮੁਸਲਮਾਨ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਜਿਹੜੇ ਈਰਖਾਲੂ ਨੇ, ਜਿਹੜੇ ਚੰਗੇ ਨੇ ਉਹ ਮੰਨਦੇ ਨੇ। ਗੁਰਦੁਆਰਾ ਸਾਹਿਬ ਸਾਈਡ 'ਤੇ ਹੈ, ਪਰ ਉਹ ਕਬਰ ਕਿਸੇ ਮੁਸਲਮਾਨ ਦੇ ਕਬਜ਼ੇ 'ਚ ਹੋਣ ਕਰਕੇ ਉਹਦੀ ਬੜੀ ਬੇਅਦਬੀ ਹੋ ਰਹੀ। ਦਾਸ ਅੱਜ ਤੋਂ ਜਦੋਂ 5-4 ਸਾਲ ਪਹਿਲਾਂ ਗਏ ਸੀ, ਦੇਖਿਆ ਸੀ ਕਬਰ ਦੀਆਂ ਨਿਸ਼ਾਨੀਆਂ ਵੀ ਮਿਟਦੀਆਂ ਜਾ ਰਹੀਆਂ ਨੇ। ਥੋੜ੍ਹੀ ਜਿਹੀ ਬਸ ਸਿਰਫ 10 ਫੁੱਟ ਦੀ ਵਿੱਥ 'ਤੇ ਦੂਸਰੀ ਜਗ੍ਹਾ ਹੈ, ਤੇ ਗੁਰੂ ਘਰ ਤਾਂ ਮੌਜੂਦ ਹੈ, ਪਰ ਜਿਹੜੀ ਉਹ ਜਗ੍ਹਾ ਹੈ ਕਿਸੇ ਕੱਟੜ ਮੁਸਲਮਾਨ ਦੇ ਕਬਜ਼ੇ 'ਚ ਹੋਣ ਕਰਕੇ ਉਹ ਕਬਰ ਨੂੰ ਖਤਮ ਕਰ ਰਹੇ ਹੈ। ਰਹੋ ਵਿਚਾਰ। ਭਾਈ ਸਾਹਿਬ ਬੜੇ ਸਾਧੂ ਸੁਭਾਅ ਦੇ ਸਨ, ਭੋਲੇ ਸਨ ਭਾਈ ਕੱਟੂ ਸ਼ਾਹ ਜੀ। ਉਹਨਾਂ ਨੇ ਕੋਈ ਮਨ ਦੇ ਵਿੱਚ ਉਜਰ ਨਹੀਂ ਕੀਤਾ। ਜਿਵੇਂ ਸੰਗਤ ਨੇ ਸ਼ਹਿਦ ਦਿੱਤਾ, ਤਲੀ ਤੇ ਰੱਖ ਕੇ ਚੱਖ ਲਿਆ। ਬਹੁਰ ਅਛਾਦਨ ਮੁਖ ਕਰ ਦਿਓ। ਤੇ ਭਾਈ ਸਾਹਿਬ ਛਕ ਕੇ ਬੜੇ ਖੁਸ਼ ਹੋਏ, ਤੇ ਉਹ ਜਿਹੜਾ ਭਾਂਡਾ ਸੀ ਉਹਦਾ ਢੱਕਣ ਫਿਰ ਉੱਤੇ ਦੇ ਦਿੱਤਾ। ਅਧਿਕ ਸੁਗੰਧਤ ਮਦ ਹੋਏ ਗਇਓ। ਉਹ ਸ਼ਹਿਦ ਪਹਿਲੇ ਦੀ ਤਰ੍ਹਾਂ ਸੁਗੰਧੀ ਵਾਲਾ ਖੁਸ਼ਬੂਦਾਰ ਹੋ ਗਿਆ। ਕਰ ਬੰਧਨ ਸਿੱਖ ਮਹਿਮਾ ਜਾਨੀ। ਔਰ ਭਾਈ ਕੱਟੂ ਸ਼ਾਹ ਜੀ ਉਹਨਾਂ ਦੇ ਚਰਨਾਂ 'ਚ ਸਾਰੀ ਸੰਗਤ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਸਾਰੀ ਸੰਗਤ ਨੂੰ ਅਹਿਸਾਸ ਹੋ ਗਿਆ ਵੀ ਗੁਰੂ ਕੇ ਸਿੱਖਾਂ ਦੀ ਕੀ ਮਹਿਮਾ, ਕੀ ਵਡਿਆਈ ਹੈ। ਗੁਰ ਸਿੱਖੀ ਹੈ ਧਨ ਮਹਾਨੀ। ਕਹਿੰਦੇ ਧੰਨ ਗੁਰੂ ਕੀ ਸਿੱਖੀ, ਧੰਨ ਗੁਰੂ ਕੀ ਸਿੱਖੀ ਹੈ। ਪੁਨ ਪੁਰ ਕੋ ਚੱਲ ਕਰ ਸੋ ਲਿਆਏ। ਫਿਰ ਸਾਧ ਸੰਗਤ ਜੀ ਉਹ ਸ਼ਹਿਦ ਦੁਬਾਰਾ ਗੁਰੂ ਸਾਹਿਬ ਕੋਲ ਸ੍ਰੀਨਗਰ ਲੈ ਆਈ ਸੰਗਤ। ਮਦ ਬਾਸਨ ਗੁਰ ਢਿਗ ਅਰਪਾਏ। ਔਰ ਸ਼ਹਿਦ ਦਾ ਉਹ ਭਾਂਡਾ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਭੇਟਾ ਕਰ ਦਿੱਤਾ। ਆਛੋ ਮਧੂ ਦੇਖ ਗੁਰ ਕਹਿਓ। ਇੰਨਾ ਸੋਹਣਾ ਸੁੰਦਰ ਸ਼ਹਿਦ ਗੁਰੂ ਸਾਹਿਬ ਨੂੰ ਭੇਟਾ ਕੀਤਾ।
ਸੋਹਣਾ ਸ਼ਹਿਦ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ ਹਨ। ਗੁਰਮੁਖ ਸਿੱਖ ਮਮ ਭੇਦ ਨਾ ਲਹਿਓ। ਕਹਿਣ ਲੱਗੇ ਸਾਧ ਸੰਗਤ ਜੀ, ਜਿਹੜੇ ਗੁਰਮੁਖ ਸਿੱਖ ਨੇ ਉਹ ਮੇਰਾ ਹੀ ਰੂਪ ਨੇ, ਮੇਰੇ ਵਿੱਚ ਤੇ ਉਹਨਾਂ 'ਚ ਫਰਕ ਨਾ ਸਮਝਿਆ ਕਰੋ। ਗੁਰੂ ਨੂੰ ਭੋਗ ਲਾਉਣਾ, ਕਈ ਵਾਰੀ ਇਸੇ ਚੱਕਰ 'ਚ ਸਿੱਖਾਂ ਨੂੰ ਭੁੱਖੇ ਲੰਗਰ 'ਚ ਤੋਰ ਦਿੰਦੇ ਆ। ਲੰਗਰ 'ਚ ਵਿਚਾਰੀ ਸੰਗਤ ਭੁੱਖੀ ਮਾਰ ਕੇ ਚਲੀ ਜਾਂਦੀ, ਕਹਿੰਦੇ ਭੋਗ ਲਾਵਾਂਗੇ ਫਿਰ ਵਰਤਾਵਾਂਗੇ। ਜਦੋਂ ਕਿ ਮਰਿਆਦਾ ਇਹ ਹੈ ਵੀ ਜਦੋਂ ਲੰਗਰ ਪੱਕ ਜੇ ਉਦੋਂ ਹੀ ਅਰਦਾਸ ਕਰਕੇ ਭੋਗ ਲਾ ਦਿਓ। ਪਰ ਕਈ ਵਾਰੀ ਮੈਂ ਦੇਖਿਆ, ਕਹਿੰਦੇ ਜੀ 2 ਵਜੇ ਭੋਗ ਲਾਉਣਾ ਦੁਪਹਿਰ ਨੂੰ। ਸੰਗਤ ਵਿਚਾਰੀ ਭੁੱਖੀ ਪਾਣੀ ਜਿਵੇਂ ਆਈ ਉਹੋ ਜਿਹੀ ਤੁਰ ਜਾਵੇ, ਤੇ ਤੁਹਾਡਾ ਲੰਗਰ ਪਕਾਇਆ ਕਿਹੜੇ ਕੰਮ ਦਾ? ਸੰਗਤ ਵਿੱਚ ਗੁਰੂ ਵਸਦਾ। ਜਦੋਂ ਸੰਗਤ ਦੇ ਮੂੰਹ 'ਚ ਪ੍ਰਸ਼ਾਦਾ ਪੈਂਦਾ ਨਾ, ਉਦੋਂ ਗੁਰੂ ਨੂੰ ਭੋਗ ਲੱਗ ਜਾਂਦਾ। ਅਸੀਂ ਕਈ ਵਾਰੀ ਨਾ ਫੋਕੀਆਂ ਰਸਮਾਂ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਜਿਹੜੀਆਂ ਅਸਲ ਗੱਲਾਂ ਨੇ ਉਹ ਛੱਡ ਦਿੰਦੇ ਹਾਂ। ਗੁਰੂ ਨੂੰ ਭੋਗ ਲਾਉਣ ਦਾ ਮਤਲਬ ਹੈ ਵੀ ਗੁਰੂ ਪ੍ਰਤੀ ਆਪਣੀ ਭਾਵਨਾ, ਸ਼ਰਧਾ ਵਿਅਕਤ ਕਰਨੀ। ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾਉਣਾ, ਲੰਗਰ ਨੂੰ ਭੋਗ ਲਵਾਉਣਾ ਚੰਗੀ ਗੱਲ। ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕਸਾਰ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਪਰ ਜੇ ਗੁਰੂ ਨੂੰ ਭੋਗ ਲਵਾਈਏ ਜਾ ਕੇ 2 ਵਜੇ, ਤੇ ਸੰਗਤ ਵਿਚਾਰੀ ਸਵੇਰ ਦੀ ਘਰੋਂ ਆਈ ਭੁੱਖੀ ਚਲੀ ਜਾਵੇ, ਉਹ ਗੁਰੂ ਨੂੰ ਭੋਗ ਨਹੀਂ ਲੱਗਣਾ। ਜਦੋਂ ਲੰਗਰ ਤਿਆਰ ਹੋ ਗਿਆ, ਨਾਲ ਹੀ ਤੁਸੀਂ ਅਰਦਾਸ ਕਰਕੇ ਕਿਰਪਾਨ ਭੇਟ ਕਰੋ, ਲੰਗਰ ਸ਼ੁਰੂ ਕਰ ਦਿਓ। ਗੁਰੂ ਹਰ ਵੇਲੇ ਹੀ ਛਕਦਾ ਤੇ ਗੁਰੂ ਕਦੀ ਵੀ ਨਹੀਂ ਛਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਸਦਾ ਹੀ ਰੱਜਿਆ ਹੋਇਆ, ਪਰ ਸਦਾ ਹੀ ਸਾਰੀਆਂ ਵਸਤੂਆਂ ਨੂੰ ਭੋਗ ਵੀ ਲਾ ਰਿਹਾ। ਗੁਰੂ ਦੀ ਖੇਡ ਬੜੀ ਅਸਚਰਜ ਹੈ। ਜਦੋਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਦੇ ਲੰਗਰ 'ਚ 24 ਘੰਟੇ ਉੱਥੇ ਲੰਗਰ ਚੱਲਦਾ, 24 ਘੰਟੇ। ਕੋਈ ਰਾਤ ਨੂੰ 2 ਵਜੇ ਆਉਂਦਾ, ਕੋਈ 3 ਵਜੇ ਆਉਂਦਾ, ਕੋਈ ਸਵੇਰੇ 4 ਵਜੇ ਵੀ ਅਸੀਂ ਜਾ ਕੇ ਉੱਥੇ ਪ੍ਰਸ਼ਾਦਾ ਛਕਿਆ। ਤੇ ਜਿੰਨੀ ਉਹ ਕਲਾ ਵਰਤ ਲਈ ਗੁਰੂ ਰਾਮਦਾਸ ਹਮੇਸ਼ਾ ਹੀ ਭੋਗ ਲਾ ਰਹੇ ਨੇ, ਛਕੀ ਜਾ ਰਹੇ ਨੇ, ਤੁਹਾਡੇ ਸਾਡੇ ਵਿੱਚ ਬੈਠੇ ਹੋਏ। ਮਹਾਰਾਜ ਕਹਿੰਦੇ ਭਾਈ, ਗੁਰੂ ਦੇ ਸਿੱਖਾਂ ਨੂੰ ਮੇਰਾ ਹੀ ਰੂਪ ਸਮਝਿਆ ਕਰੋ, ਤੇ ਸਿੱਖਾਂ ਦੀ ਸੇਵਾ ਕਰਿਆ ਕਰੋ, ਪ੍ਰਸ਼ਾਦਾ ਪਾਣੀ ਛਕਾਇਆ ਕਰੋ, ਭੁੱਖੇ ਨਾ ਰੱਖਿਆ ਕਰੋ। ਏਕ ਰੂਪ ਕਰ ਜਨ ਹੋ ਦੋਈ। ਕਹਿੰਦੇ ਗੁਰੂ ਤੇ ਸਿੱਖ ਇੱਕੋ ਰੂਪ ਨੇ, ਇੱਕ ਰੂਪ ਕਰਕੇ ਜਾਣੋ, 2 ਰੂਪ ਨਾ ਜਾਣੋ। ਗੁਰੂ ਹੋਰ ਹੈ, ਸਿੱਖ ਹੋਰ ਹੈ, ਇੱਦਾਂ ਦਾ ਭੁਲੇਖਾ ਕੱਢ ਦਿਓ। ਜਿਹੜਾ ਗੁਰੂ ਉਹੀ ਸਿੱਖ, ਜਿਹੜਾ ਸਿੱਖ ਉਹ ਗੁਰੂ, ਗੁਰੂ ਸਿੱਖ ਸੇ ਗੁਰੂ ਹੈ ਇੱਕੋ। ਗੁਰੂ ਸਿੱਖ ਦਾ ਕੋਈ ਭੇਦ ਨਹੀਂ ਰਹਿੰਦਾ, ਜੈਸੇ ਪਿਓ ਪੁੱਤਰ ਇੱਕੋ ਰੂਪ ਹੁੰਦੇ ਹਨ। ਹਾਂਜੀ, ਗੁਰ ਅਰ ਸਿੱਖ ਨਾ ਅੰਤਰ ਕੋਈ। ਗੁਰੂ ਔਰ ਸਿੱਖ 'ਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਇਮ ਕਹਿ ਮਦ ਬਾਸਨ ਧਰ ਵਾਇਸ। ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਨੇ ਉਹ ਸ਼ਹਿਦ ਦਾ ਭਾਂਡਾ ਸਵੀਕਾਰ ਕਰ ਲਿਆ। ਸਿੱਖੀ ਮਹਿਮਾ ਅਧਿਕ ਵਧਾਇਸ। ਔਰ ਗੁਰੂ ਕੇ ਸਿੱਖਾਂ ਦੀ ਮਹਿਮਾ ਵਧਾ ਦਿੱਤੀ, ਸੰਗਤ ਨੂੰ ਅਹਿਸਾਸ ਕਰਾ ਦਿੱਤਾ ਵੀ ਭਾਈ ਪਿਆਰਿਓ, ਆ ਗੁਰੂ ਕੇ ਸਿੱਖਾਂ ਨੂੰ ਐਵੇਂ ਨਾ ਸਮਝਿਆ ਕਰੋ। ਹਰ ਪ੍ਰਾਣੀ ਮਾਤਰ, ਹਰ ਇਨਸਾਨ ਵਿੱਚ, ਹਰ ਪਸ਼ੂ ਪੰਛੀ 'ਚ ਉਹਦੀ ਜੋਤ ਹੈ, ਔਰ ਇੱਕੋ ਜਿਹੀ ਹੈ। ਨਾ ਕੀੜੀ 'ਚ ਛੋਟੀ ਹੈ, ਨਾ ਹਾਥੀ 'ਚ ਵੱਡੀ ਹੈ। ਕਈ ਲੋਕ ਸਮਝਦੇ ਆ ਵੀ ਆਤਮਾ ਹਾਥੀ 'ਚ ਮੋਟੀ ਹੋਣੀ ਹੈ ਤੇ ਕੀੜੀ 'ਚ ਛੋਟੀ ਹੋਣੀ। ਨਹੀਂ, ਆਤਮਾ ਇੱਕੋ ਜਿੰਨੀ ਹੈ, ਜੋਤ ਸਰੂਪ ਅਕਾਲ ਪੁਰਖ ਦੀ। ਬਸ ਉਹਨੂੰ ਪਛਾਣ ਲਓ, ਸਾਰੇ ਝਗੜੇ ਮਿਟ ਜਾਣਗੇ। 84 ਕੱਟੀ ਜਾਂਦੀ ਜੇ ਆਤਮ ਦਾ ਸਰੂਪ ਦਾ ਪਛਾਣ ਹੋ ਜਾਵੇ। ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਗੋਪਾਲ ਚੰਦ ਜੀ ਪੁੱਛਦੇ ਨੇ, ਮਹਾਰਾਜ 33 ਕਰੋੜ ਦੇਵਤਿਆਂ 'ਚੋਂ ਵੱਡਾ ਦੇਵਤਾ ਕਿਹੜਾ? 33 ਕਰੋੜ ਦੇਵਤੇ ਨੇ, ਜਿਨ੍ਹਾਂ 'ਚੋਂ ਪਾਣੀ ਦੇਵਤਾ, ਅੱਗ ਦੇਵਤਾ, ਅੰਨ ਦੇਵਤਾ ਹੈ, ਲੂਣ ਦੇਵਤਾ ਹੈ, ਧਰਤੀ ਹੈ, ਹਵਾ ਹੈ, ਅੱਗ ਹੈ, ਸੂਰਜ ਹੈ, ਚੰਦਰਮਾ ਹੈ। ਇਹ ਜਿਹੜੇ ਐਨਰਜੀ ਦੇ ਸਰੋਤ ਨੇ ਸਾਰੇ ਦੇਵਤੇ ਨੇ, 33 ਕਰੋੜ ਨੇ। ਵੱਡਾ ਕਿਹੜਾ? ਤੇ ਸੱਚੇ ਪਾਤਸ਼ਾਹ ਕਹਿੰਦੇ, ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਕਹਿੰਦੇ ਸਾਰੇ ਦੇਵਤਿਆਂ ਚੋਂ ਵੱਡਾ ਦੇਵਤਾ ਆਤਮਦੇਵ ਹੈ। ਜੇ ਅੰਦਰ ਆਤਮਾ ਨਾ ਹੋਵੇ, ਆਹ ਲਾਈਟਾਂ ਜਗ ਰਹੀਆਂ, ਤੁਸੀਂ ਥੋੜ੍ਹਾ ਜਿਹਾ ਕਲਪਨਾ ਕਰੋ, ਥੋੜ੍ਹੀ ਜਿਹੀ ਥਿੰਕਿੰਗ ਕਰੋ
ਵੀ ਆਹ ਗੁਰਦੁਆਰਾ ਸਾਹਿਬ ਵੀ ਹੋਵੇ, ਲਾਈਟਾਂ ਵੀ ਹੋਣ, ਦਰਵਾਜ਼ੇ ਵੀ ਹੋਣ, ਸਾਰਾ ਕੁਝ ਇੱਦਾਂ ਹੋਵੇ, ਸਾਰਾ ਕੁਝ ਸਭ ਕੁਝ ਹੋਵੇ। ਆਪਾਂ ਨਾ ਹੋਈਏ, ਆਪਾਂ ਨਾ ਹੋਈਏ, ਇਹਨੂੰ ਕੌਣ ਦੇਖੇਗਾ? ਆਤਮਾ ਤੋਂ ਬਿਨਾਂ ਕੁਛ ਨਹੀਂ। ਆਤਮਾ ਹੀ ਸਭ ਤੋਂ ਵੱਡਾ ਦੇਵਤਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਦੇਵਤੇ ਹਨ। ਪੰਜਵਾਂ ਪਾਇਆ ਕਿਰਤ, ਇਹ ਦੇਵਤੇ ਹਨ। ਪਰ ਆਤਮਾ ਤੋਂ ਬਿਨਾਂ ਇਹਨਾਂ ਦੀ ਕੋਈ ਵੈਲਿਊ ਨਹੀਂ। ਆਤਮਾ ਤੋਂ ਬਿਨਾਂ ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਪੈਰ ਚੱਲ ਨਹੀਂ ਸਕਦੇ। ਇਸ ਕਰਕੇ ਸਭ ਤੋਂ ਵੱਡਾ ਪਰਮਾਤਮ ਦੇਵ ਅੰਦਰ ਬੈਠਾ ਹੋਇਆ, ਹਰ ਜੀਵ ਦੇ ਵਿੱਚ ਹੈ। ਫਿਰ ਹਰ ਜੀਵ ਦਾ ਪਰਮੇਸ਼ਰ ਰੂਪ ਜਾਣ ਕੇ ਸਤਿਕਾਰ ਕਰੋ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ। ਘਟ ਘਟ ਜਰੇ ਜਰੇ 'ਚ ਕਾਲ ਪੁਰਖ ਬੈਠਾ ਹੋਇਆ। ਬਸ ਜੇ ਜਰੇ ਜਰੇ 'ਚ ਬੈਠਾ ਹੋਇਆ, ਗੁਰੂ ਕੇ ਸਿੱਖਾਂ 'ਚ ਵੀ ਬੈਠਾ ਹੋਇਆ। ਫਿਰ ਗੁਰੂ ਕੇ ਸਿੱਖਾਂ ਨੂੰ ਗੁਰੂ ਨਾਲੋਂ ਵੱਖਰਾ ਕਿਵੇਂ ਸਮਝੋਗੇ? ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਮਾਲਾ ਦੇ ਮਣਕੇ ਬਹੁਤ ਹੋ ਸਕਦੇ ਨੇ, ਪਰ ਮਾਲਾ ਦਾ ਸੂਤਰ ਇੱਕੋ ਹੀ ਹੈ, ਧਾਗਾ ਇੱਕੋ ਹੀ ਹੈ। ਜਿਹਦੇ 'ਚ ਇਤਨੇ ਮਣਕੇ ਪਰੋਏ ਹੋਏ ਨੇ, ਉਹ ਇੱਕੋ ਹੀ ਹੈ, ਉਹ ਆਤਮਦੇਵ ਹੈ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਸਮਝਾਇਆ, ਭਾਈ ਗੁਰੂ ਔਰ ਸਿੱਖ ਨੂੰ ਵੱਖਰਾ ਵੱਖਰਾ ਨਾ ਜਾਣਿਆ ਕਰੋ। ਇਸੀ ਪ੍ਰਕਾਰ ਬਸ ਹੈ ਕਸ਼ਮੀਰ। ਇਸ ਪ੍ਰਕਾਰ ਗੁਰੂ ਜੀ ਕਸ਼ਮੀਰ 'ਚ ਰਹਿ ਰਹੇ ਨੇ। ਕਸ਼ਮੀਰ ਦੀ ਧਰਤੀ 'ਤੇ ਬਹੁਤ ਨਗਰ, ਬਾਰਾਮੂਲਾ, ਊੜੀ ਔਰ ਪਰਮਪੀਲਾ ਸਾਹਿਬ ਗੁਰਦੁਆਰਾ ਅਤੇ ਹੋਰ ਵੀ ਸਥਾਨ 6-7 ਸਥਾਨਾਂ ਦੇ ਦਾਸ ਨੇ ਦਰਸ਼ਨ ਕੀਤੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ, ਜਿੱਥੇ ਛੇਵੀਂ ਪਾਤਸ਼ਾਹੀ ਮਹਾਰਾਜ ਦੇ ਗੁਰਦੁਆਰੇ ਬਣੇ ਹੋਏ ਹਨ। ਉੱਥੇ ਮਹਾਰਾਜ ਨੇ ਬੜੇ ਕੌਤਕ ਕੀਤੇ, ਬੜੀ ਲੀਲਾ ਕੀਤੀ ਹੈ। ਨਿਤ ਆਵਤ ਸੰਗਤ ਕੀ ਭੀੜ। ਔਰ ਉੱਥੇ ਸੰਗਤਾਂ ਦੀ ਬੜੀ ਭੀੜ, ਬਹੁਤ ਇਕੱਤਰਤਾ ਹੁੰਦੀ ਹੈ। ਜਿਹੜਾ ਊੜੀ ਦੇ 'ਚ ਗੁਰਦੁਆਰਾ ਹੈ, ਉੱਥੇ ਇੱਕ ਪੀਰ ਸੀਗਾ ਸਾਧ ਸੰਗਤ ਜੀ। ਉਹਦੀ ਕਥਾ ਬੜੀ ਵਿਚਿੱਤਰ, ਬੜਾ ਕਰਾਮਾਤੀ ਸੀਗਾ। ਰਿੱਧੀਆਂ ਸਿੱਧੀਆਂ, ਜੰਤਰ ਮੰਤਰ, ਜਾਦੂ ਟੂਣੇ ਸਿੱਖਿਆ। ਮੁਸਲਮਾਨਾਂ 'ਚ ਕਾਲਾ ਇਲਮ, ਚਿੱਟਾ ਇਲਮ, ਲਾਲ ਇਲਮ, 3 ਤਰ੍ਹਾਂ ਦਾ ਇਲਮ ਹੁੰਦਾ। ਚਿੱਟਾ ਇਲਮ ਹੁੰਦਾ ਜਿਹੜਾ ਰੱਬ ਨੂੰ ਮਿਲਾਉਣ ਵਾਸਤੇ ਕੁਰਾਨ ਸ਼ਰੀਫ ਦੇ ਵਿੱਚ ਜਿਹੜੀ ਪ੍ਰਮਾਤਮਾ ਨੂੰ ਮਿਲਣ ਦੀ ਜੁਗਤੀ ਹੈ, ਉਹਨੂੰ ਕਹਿੰਦੇ ਚਿੱਟਾ ਇਲਮ। ਲਾਲ ਇਲਮ ਹੁੰਦਾ ਜਿਹੜਾ ਕਿਸੇ ਦਾ ਕੋਈ ਦੁੱਖ ਦੂਰ ਕਰਨਾ ਹੋਵੇ, ਕਿਸੇ ਦੀ ਹੈਲਪ ਕਰਨੀ ਹੋਵੇ, ਕਿਸੇ ਦਾ ਭਲਾ ਕਰਨਾ ਹੋਵੇ। ਕਾਲਾ ਇਲਮ ਹੁੰਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਕਰਨਾ ਹੋਵੇ, ਕਿਸੇ ਦੇ ਕੰਮ 'ਚ ਵਿਘਨ ਪਾਉਣਾ, ਉਹਨੂੰ ਕਾਲਾ ਇਲਮ ਕਹਿੰਦੇ ਨੇ। ਉਹ ਜਿਹੜਾ ਪੀਰ ਸੀ ਕਾਲਾ ਇਲਮ ਸਿੱਖਿਆ ਹੋਇਆ ਸੀ ਕਹਿੰਦੇ, ਅਤੇ ਬਹੁਤ ਜਾਦੂ ਟੂਣੇ ਜਾਣਦਾ ਸੀ। ਹਿੰਦੂਆਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਨੇ, ਉਹਦਾ ਸੰਸਕਾਰ ਨਹੀਂ ਸੀ ਹੋਣ ਦਿੰਦਾ। ਉਹ ਵਿਚਾਰੇ ਲੱਕੜਾਂ ਪਾ ਪਾ ਕੇ ਸੰਸਕਾਰ ਕਰਦੇ ਸੀ। ਉਹ ਇਹੋ ਜਿਹਾ ਕੋਈ ਅੱਗ ਨੂੰ ਬੰਨ੍ਹ ਛੱਡਦਾ ਸੀ, ਬਾਡੀ ਪਈ ਰਹਿੰਦੀ ਸੀ, ਅੱਗ ਬਲਦੀ ਰਹਿੰਦੀ ਸੀ, ਬਾਡੀ ਦਾ ਸੰਸਕਾਰ ਨਹੀਂ ਸੀ ਹੋਣ ਦਿੰਦਾ। ਜਦੋਂ ਮਹਾਰਾਜ ਛੇਵੀਂ ਪਾਤਸ਼ਾਹੀ ਉੱਥੇ ਗਏ, ਸਤਿਗੁਰਾਂ ਨਾਲ ਵੀ ਉਹਨੇ ਕੋਈ ਮੱਥਾ ਲਾਇਆ। ਬਚਨ ਇਹੋ ਜਿਹਾ ਚੱਲਿਆ, ਕਹਿਣ ਲੱਗੇ ਧਰਤੀ 'ਤੇ ਥਾਂ ਨਹੀਂ ਮਿਲਣੀ ਇਹਨੂੰ। ਉਹ ਜਿੰਨੀ ਵਾਰੀ ਉਹਦੀ ਕਬਰ ਬਣਾ ਕੇ ਮਰ ਗਿਆ ਨਾ, ਜਦੋਂ ਉਹਦੀ ਕਬਰ ਬਣਾਉਣ ਲੱਗਦੇ ਸੀ, ਉਹਦੀ ਬਾਡੀ ਕਬਰ ਤੋਂ ਬਾਹਰ ਉਹ ਲੱਕੜ ਦਾ ਤਬੂਤ ਬਣਾਉਂਦੇ ਸੀ, ਉਹਦੇ 'ਚ ਪਾ ਕੇ ਉਹਨੂੰ ਦੱਬਦੇ ਸੀ। ਉਹ ਤਬੂਤ ਬਾਹਰ, ਉਹ ਜਿੰਨੀ ਵਾਰੀ ਦੱਬਦੇ ਸੀ ਓਨੀ ਵਾਰੀ ਬਾਹਰ, ਜਿੰਨੀ ਵਾਰੀ ਦੱਬਦੇ ਸੀ ਓਨੀ ਵਾਰੀ ਬਾਹਰ। ਫਿਰ ਉਹਨੂੰ ਉਹਨਾਂ ਨੇ ਦਰਖਤ 'ਤੇ ਟੰਗਿਆ। ਹੁਣ ਤੱਕ ਉਹ ਦਰਖਤ 'ਤੇ ਟੰਗਿਆ ਹੋਇਆ। ਉੱਥੇ ਹੱਡੀਆਂ ਵੀ ਭਾਵੇਂ ਉਹਦੀਆਂ ਗਲ ਗਈਆਂ, ਹੁਣ 400 ਸਾਲ ਹੋ ਗਏ, ਉਹਨੂੰ ਧਰਤੀ 'ਤੇ ਥਾਂ ਨਹੀਂ ਮਿਲੀ। ਗੁਰਦੁਆਰਾ ਉੱਥੇ ਮਹਾਰਾਜ ਛੇਵੀਂ ਪਾਤਸ਼ਾਹੀ ਦਾ ਬਣਿਆ ਹੋਇਆ, ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੰਧ ਦੇ ਨਾਲ ਉਹ ਪੀਰ ਦੀ ਥਾਂ ਹੈ। ਥੋੜ੍ਹੇ ਜਿਹੇ 2-4 ਉੱਥੇ ਮੁਸਲਮਾਨ ਵੀਰ ਰਹਿੰਦੇ ਨੇ, ਉਹ ਵੀ ਕਹਿੰਦੇ ਨੇ ਵੀ ਸਾਡਾ ਪੀਰ ਜਿਹੜਾ ਸੀ, ਉਹਨੂੰ ਛੇਵੇਂ ਪਾਤਸ਼ਾਹ ਦਾ ਬਚਨ ਹੋਇਆ ਸੀ, ਉਹ ਕਬਰ 'ਚ ਉਹਨੂੰ ਥਾਂ ਨਹੀਂ ਮਿਲੀ, ਉਹ ਉੱਪਰ ਦਰਖਤ ਦੇ ਨਾਲ ਟੰਗਿਆ ਹੋਇਆ। ਹੁਣ ਤੱਕ ਤੁਸੀਂ ਜਾ ਕੇ ਦੇਖ ਸਕਦੇ ਹੋ। ਊੜੀ ਬੜਾ ਮਸ਼ਹੂਰ ਹੈ, ਜਿੱਥੇ ਕਈ ਵਾਰੀ ਲੜਾਈ ਝਗੜੇ ਵੀ ਹੁੰਦੇ ਨੇ। ਬਾਰਡਰ ਹੈ ਪਾਕਿਸਤਾਨ ਦਾ ਪਹਾੜਾਂ 'ਚ।
ਉੱਥੇ ਗੁਰਦੁਆਰਾ ਸਾਹਿਬ ਹੈ। ਇੱਦਾਂ ਕਸ਼ਮੀਰ 'ਚ ਮਹਾਰਾਜ ਛੇਵੇਂ ਪਾਤਸ਼ਾਹ ਹੋਰ ਵੀ ਬੜੇ ਕੌਤਕ ਕਰਦੇ ਹਨ। ਕਿਤਕ ਦਿਓਸ਼ ਬੀਤੇ ਤਿਸ ਦੇਸ਼, ਉਸ ਦੇਸ਼ 'ਚ ਰਹਿੰਦਿਆਂ ਨੂੰ ਗੁਰੂ ਜੀ ਨੂੰ ਕੁਝ ਦਿਨ ਬੀਤ ਗਏ ਹਨ। ਨਿਤ ਨੌਤਨ ਗੁਰ ਚਰਿਤ ਵਿਸ਼ੇਸ਼, ਨਿਤ ਨਵੇਂ ਕੌਤਕ ਹੁੰਦੇ ਉੱਥੇ। ਕਦੀ ਮਹਾਰਾਜ ਸ਼ਿਕਾਰ ਖੇਡਣ ਪਹਾੜਾਂ ਚਲੇ ਜਾਂਦੇ, ਕਦੀ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦਿੰਦੇ, ਕਦੀ ਮਹਾਰਾਜ ਉੱਥੇ ਕਥਾ ਕੀਰਤਨ ਕਰਦੇ। ਇੱਦਾਂ ਮਹਾਰਾਜ ਰੌਣਕਾਂ ਲਾਈਆਂ ਹੋਈਆਂ ਹਨ। ਅੰਤ ਸਮਾਂ ਬਿਰਦਾ ਕੋ ਆਵਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਮਾਤਾ ਜੀ, ਮਾਤਾ ਭਾਗ ਭਰੀ ਜੀ ਦਾ ਅੰਤ ਸਮਾਂ ਆ ਗਿਆ। ਮਾਤਾ ਜੀ 100 ਸਾਲ ਦੇ ਸਨ ਜਦੋਂ ਮਹਾਰਾਜ ਜੀ ਨੂੰ ਯਾਦ ਕਰਦੇ ਸਨ। 100 ਸਾਲ ਦੀ ਉਮਰ 'ਚ ਮਾਤਾ ਜੀ ਨੇ ਚਰਖਾ ਕੱਤ ਕੇ ਸੂਤਰ ਦੇ ਨਾਲ ਇਹ ਚੋਲਾ ਤਿਆਰ ਕੀਤਾ ਸੀ, ਜਿਹੜਾ ਉਹਨਾਂ ਨੇ ਬਣਾ ਕੇ ਸਾਂਭ ਕੇ ਰੱਖਿਆ ਸੀ ਵੀ ਜਦੋਂ ਮਹਾਰਾਜ ਆਉਣਗੇ ਮੈਂ ਆਪਣੇ ਹੱਥੀਂ ਚੋਲਾ ਪਵਾਵਾਂਗੀ। ਤੇ ਸਤਿਗੁਰੂ ਜੀ ਨੂੰ ਚੋਲਾ ਮਾਤਾ ਨੇ ਪਵਾ ਲਿਆ। ਮਹਾਰਾਜ ਦੇ ਦਰਸ਼ਨ ਕਰਦੀ ਰਹੀ, ਕਥਾ ਸੁਣਦੀ ਰਹੀ, ਕੀਰਤਨ ਸੁਣਦੀ ਰਹੀ, ਬਹੁਤ ਖੁਸ਼ ਹੋਈ। ਆਪਣੇ ਹੱਥੀਂ ਪ੍ਰਸ਼ਾਦਾ ਬਣਾਉਂਦੀ ਸੀ 100 ਸਾਲ ਦੀ ਉਮਰ 'ਚ। ਤੇ ਗੁਰੂ ਸਾਹਿਬ ਦੇ ਕੋਲ ਬਹਿ ਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਕਰੇ, ਪੱਖਾ ਝੱਲਿਆ ਕਰੇ ਤੇ ਬੜੇ ਪਿਆਰ ਨਾਲ ਦਰਸ਼ਨ ਕਰਿਆ ਕਰੇ। ਤੇ ਸਤਿਗੁਰੂ ਮਾਤਾ ਜੀ ਤੇ ਬੜੀ ਮਿਹਰਾਂ ਕੀਤੀਆਂ, ਬ੍ਰਹਮ ਗਿਆਨ ਦੀ ਦਾਤ ਦੇਤੀ। ਛੇਵੇਂ ਪਾਤਸ਼ਾਹ ਨਦਰ ਕੀਤੀ ਮਿਹਰ ਦੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਖੇ ਕਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਠੰਡਾ ਠਾਰ ਕਰਤਾ ਮਾਤਾ ਭਾਗ ਭਰੀ ਜੀ ਦਾ ਹਿਰਦਾ। ਧੰਨ ਧੰਨ ਮਾਤਾ ਭਾਗ ਭਰੀ ਜੀ, ਧੰਨ ਧੰਨ ਮਾਤਾ ਭਾਗ ਭਰੀ ਜੀ। ਭਾਗਾਂ ਨਾਲ ਭਰੀ ਹੋਈ ਮਾਤਾ ਦਾ ਅੰਤ ਸਮਾਂ ਆ ਗਿਆ। ਤਨ ਤਿਆਗਿਓ ਔਰ ਹਰਖ ਉਪਾਵਾ, ਤੇ ਗੁਰੂ ਸਾਹਿਬ ਨੂੰ ਕਹਿਣ ਲੱਗੀ ਮਹਾਰਾਜ ਅੱਜ ਮੈਂ ਚਲੀ ਜਾਣਾ, ਤੁਹਾਡੇ ਚਰਨਾਂ 'ਚ ਹੀ ਜਾਣਾ, ਮੈਂ ਕਿਤੇ ਹੋਰ ਨਹੀਂ ਜਾਣਾ। ਤੇ ਮੇਰਾ ਸੰਸਕਾਰ ਆਪਣੇ ਹੱਥੀਂ ਕਰਿਆ ਜੇ ਸੱਚੇ ਪਾਤਸ਼ਾਹ। ਇੱਦਾਂ ਬੇਨਤੀ ਕਰਦੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਮਾਤਾ ਭਾਗ ਭਰੀ ਜੀ ਜਾਤ ਦੀ ਬ੍ਰਾਹਮਣੀ ਸੀ, ਸਾਧ ਸੰਗਤ ਜੀ ਪੰਡਤਾਣੀ ਸੀ। ਅੱਜ ਕੱਲ੍ਹ ਦੇ ਅਸੀਂ ਸਾਰੇ ਇੱਕੋ ਜੂਲੇ ਜੂ ਦਿੰਦੇ ਹਾਂ ਜੀ, ਇਹ ਬ੍ਰਾਹਮਣ ਜੀ, ਇਹ ਹਿੰਦੂ ਜੀ, ਇਹ ਮੁਸਲਮਾਨ ਜੀ। ਦੇਖੋ ਗੁਰੂ ਦੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਬ੍ਰਾਹਮਣ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਗੁਰੂ ਦੇ ਪਿਆਰ ਵਿੱਚ ਭਿੱਜਾ ਹੋਵੇ ਮੁਕਤ ਹੋ ਜਾਂਦਾ। ਮਾਤਾ ਭਾਗ ਭਰੀ ਜੀ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਸਰੀਰ ਤਿਆਗ ਦਿੱਤਾ, ਚੋਲਾ ਛੱਡ ਗਏ ਹਨ। ਹਾਂਜੀ, ਗੁਰ ਕੇ ਨਿਕਟ ਕੁਸ਼ਾਸਨ ਕਰਿਓ, ਗੁਰੂ ਸਾਹਿਬ ਦੇ ਲਾਗੇ ਹੀ ਆਸਣ ਲਾ ਲਿਆ ਭੂਮੀ ਤੇ, ਜ਼ਮੀਨ ਤੇ। ਨਖ ਸਿੱਖ ਰੁਚਿਰ ਸਰੂਪ ਨਿਹਰਿਓ, ਗੁਰੂ ਸਾਹਿਬ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੀ ਹੈ ਮਾਤਾ। ਗੁਰੂ ਹਰਗੋਬਿੰਦ ਸਾਹਿਬ ਬਹੁਤ ਹੀ ਸੁੰਦਰ ਸਰੂਪ ਸਨ। ਸਾਧ ਸੰਗਤ ਜੀ ਦੁਨੀਆ ਦੇ ਸਾਰੇ ਸੋਹਣੇ ਰਲ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨੋਹ ਦੇ ਬਰਾਬਰ ਵੀ ਨਹੀਂ ਬਣ ਸਕਦੇ। ਇੰਨਾ ਸੁੰਦਰ ਸਰੂਪ ਸੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ। ਮਹਾਰਾਜ ਦੇ ਸੁੰਦਰ ਸਰੂਪ ਦੇ ਮਾਤਾ ਜੀ ਦਰਸ਼ਨ ਕਰਦੇ ਕਰਦੇ ਦੇਖਤ ਦੇਖਤ ਸਤਿਗੁਰ ਦੇਹ, ਗੁਰੂ ਸਾਹਿਬ ਕੋਲ ਬੈਠੇ ਨੇ। ਮਾਤਾ ਜੀ ਗੁਰੂ ਸਾਹਿਬ ਵੱਲ ਦੇਖ ਰਹੇ ਨੇ, ਲੰਮੇ ਪਏ ਨੇ। ਬਿਰਧ ਅਵਸਥਾ ਸੀ, ਅਖੀਰਲਾ ਸਮਾਂ ਆਇਆ ਸੀ। ਛੇਵੇਂ ਪਾਤਸ਼ਾਹ ਦੇ ਚਿਹਰੇ ਵੱਲ ਦੇਖਦਿਆਂ ਦੇਖਦਿਆਂ ਨਿਕਰੇ ਪ੍ਰਾਨ ਇੰਦਰ ਬਾਹ ਸਨੇਹ, ਗੁਰੂ ਦੇ ਪਿਆਰ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਅੱਖਾਂ ਮਹਾਰਾਜ ਵੱਲ ਲੱਗੀਆਂ ਨੇ। ਤੇ ਸਾਧ ਸੰਗਤ ਜੀ ਅੱਖਾਂ ਖੋਲੀਆਂ ਰਹਿ ਗਈਆਂ ਤੇ ਪ੍ਰਾਣ ਪੰਖੇਰੂ ਉਡਾਰੀਆਂ ਮਾਰ ਗਏ। ਧੰਨ ਜਨਮ ਬਿਰਦਾ ਕੋ ਕਹੈ, ਆਹ ਧੰਨ ਮਾਤਾ ਭਾਗ ਭਰੀ ਜੀ, ਧੰਨ ਮਾਤਾ ਜੀ ਤੁਹਾਡਾ ਜਨਮ ਧੰਨ ਹੈ। ਜਿਨ੍ਹਾਂ ਦੇ ਪਿਆਰ ਵਿੱਚ ਸੱਚੇ ਪਾਤਸ਼ਾਹ ਜੀ ਹਜ਼ਾਰਾਂ ਮੀਲ ਦਾ ਪਹਾੜਾਂ ਦਾ ਪੈਂਡਾ ਕਰਕੇ ਗਏ ਨੇ, ਔਰ ਜਿਨ੍ਹਾਂ ਦੇ ਪਿਆਰ ਦੇ ਬੱਝੇ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਨੂੰ ਹੀ ਤਾਰ ਦਿੱਤਾ ਹੈ। ਮਾਤਾ ਭਾਗ ਭਰੀ ਜੀ ਨੇ ਧਰਤੀ ਕਸ਼ਮੀਰ ਦੀ ਨੂੰ ਭਾਗ ਲਾ ਦਿੱਤੇ ਹਨ। ਧੰਨ ਜਨਮ ਹੈ ਮਾਤਾ ਜੀ ਤੁਹਾਡਾ। ਇੱਦਾਂ ਸੰਗਤਾਂ ਕਹਿੰਦੀਆਂ ਹਨ, ਜਿਸ ਕੀ ਸਮਤਾ ਜੋਗੀ ਲਹੈ। ਆਹ ਵੱਡੇ ਵੱਡੇ ਜੋਗੀ ਮਹਾਂਪੁਰਸ਼ ਮਾਤਾ ਭਾਗ ਭਰੀ ਤੇਰੀ ਰੀਸ ਨਹੀਂ ਕਰ ਸਕਦੇ। ਕਿਉਂ? ਇਸ ਵਾਸਤੇ ਸਾਰੇ ਤਪ ਕਰਦੇ ਨੇ, ਇਸ ਵਾਸਤੇ ਭਗਤੀ ਕਰਦੇ ਨੇ, ਪੁੱਠੇ ਲਟਕ ਲਟਕ ਕੇ ਹਜ਼ਾਰਾਂ ਸਾਲ ਤਪੱਸਿਆ ਕਰਦੇ ਨੇ ਪਹਾੜਾਂ 'ਚ ਬਹਿ ਬਹਿ ਕੇ, ਵੀ ਜਦੋਂ ਸਾਡਾ ਸਰੀਰ ਛੁੱਟੇ, ਸਾਡਾ ਅੰਤ ਸਮਾਂ ਆਵੇ, ਸਾਡਾ ਧਿਆਨ ਭਗਵਾਨ ਦੇ ਚਰਨਾਂ 'ਚ ਹੋਵੇ।
ਕੋਈ ਇੱਧਰ ਉੱਧਰ ਸਾਡੀ ਬਿਰਤੀ ਨਾ ਗਈ ਹੋਵੇ, ਕਿਉਂਕਿ ਅਖੀਰਲੇ ਸਵਾਸ ਤੇ ਜਿੱਥੇ ਬਿਰਤੀ ਹੁੰਦੀ ਉੱਥੇ ਚਲਾ ਜਾਂਦਾ ਬੰਦਾ, ਅਗਲਾ ਜਨਮ ਉੱਧਰ ਹੁੰਦਾ। ਜੇ ਮੰਨ ਲਓ ਅਖੀਰਲੇ ਸਮੇਂ ਬੱਚਿਆਂ ਦਾ ਖਿਆਲ ਆ ਗਿਆ ਵੀ ਮੇਰੇ ਬੱਚੇ ਨੇ, ਮੈਂ ਇੰਨੇ ਬੱਚੇ ਜੰਮੇ ਸੀਗੇ, ਮੇਰੇ ਛੱਡ ਚੱਲਿਆ, ਸੂਰ ਦੀ ਜੂਨ 'ਚ ਪੈ ਜਾਏਗਾ, ਅੱਗੇ ਬੱਚੇ ਹੀ ਬੱਚੇ ਜੰਮੀ ਜਾਓ। ਅੰਤ ਸਮੇਂ ਮਕਾਨਾਂ 'ਚ ਬਿਰਤੀ ਚਲੀ ਗਈ, ਮੇਰਾ ਮਕਾਨ ਬੜਾ ਸੋਹਣਾ ਸੀ, ਪ੍ਰਾਣ ਨਿਕਲ ਗਏ, ਭੂਤਾਂ ਪ੍ਰੇਤਾਂ ਦੀ ਜੂਨ 'ਚ ਬਹਿ ਕੇ ਦਰਵਾਜ਼ੇ ਖਿੜਕੀਆਂ ਖੜਕਾਈ ਜਾਂਦਾ ਘਰ ਦੀਆਂ, ਉੱਥੇ ਕਿਸੇ ਨੂੰ ਰਹਿਣ ਨਹੀਂ ਦਿੰਦਾ। ਜਿੱਦਾਂ ਜਿੱਦਾਂ ਦੀ ਵਾਸ਼ਨਾ ਉੱਧਰ ਉੱਧਰ ਜੀਵ ਜਾਂਦਾ। ਸਾਧ ਸੰਗਤ ਜੀ, ਵਾਸ਼ਨਾ ਦੇ ਘੋੜੇ ਤੇ ਸਵਾਰੀ ਕਰਦੀ ਹੈ ਰੂਹ, ਵਾਸ਼ਨਾ ਬੱਧਾ ਆਵੇ ਜਾਵੇ। ਇਸ ਕਰਕੇ ਵੀ ਸਾਡੀ ਵਾਸ਼ਨਾ ਕੰਟਰੋਲ 'ਚ ਆ ਜਾਏ। ਤਪਸਵੀ ਲੋਕ ਤਪ ਕਰਦੇ, ਸਰੀਰ ਨੂੰ ਬਹੁਤ ਕਸ਼ਟ ਦਿੰਦੇ ਆ, ਧਿਆਨ ਇੱਧਰ ਉੱਧਰ ਨਾ ਹਟੇ, ਅਕਾਲ ਪੁਰਖ ਵਿੱਚ ਧਿਆਨ ਜੁੜ ਜਾਏ। ਉੱਠੇ ਲਟਕਦੇ ਨੇ, ਅੱਗਾਂ 'ਚ ਬਹਿੰਦੇ ਨੇ, ਪਾਣੀ 'ਚ ਬਹਿੰਦੇ ਨੇ, ਫਿਰ ਵੀ ਧਿਆਨ ਉਖੜ ਜਾਂਦਾ। ਅਖੀਰਲੇ ਸਮੇਂ ਕੀ ਪਤਾ ਕਿਹੜੇ ਵੇਲੇ ਮਾੜਾ ਜਿਹਾ ਬਰੀਕ ਇੱਧਰ ਉੱਧਰ ਹੋਇਆ ਤੇ ਗਿਆ ਕੰਮ। ਪਰ ਧੰਨ ਮਾਤਾ ਭਾਗ ਭਰੀ ਜੀ, ਧੰਨ ਹੋ ਕਿ ਤੁਹਾਡੇ ਸਾਹਮਣੇ ਸੱਚੇ ਪਾਤਸ਼ਾਹ ਬੈਠੇ ਹੋਏ ਨੇ ਤੇ ਤੁਸੀਂ ਉਹਨਾਂ ਦੇ ਦਰਸ਼ਨ ਕਰਦੇ ਕਰਦੇ ਚੋਲਾ ਛੱਡ ਰਹੇ ਹੋ। ਸਤਿਗੁਰ ਕੀ ਆਇਸ ਕੋ ਪਾਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਆਗਿਆ ਪਾ ਕੇ ਸੰਸਕਾਰਨ ਕੋ ਕੀਨ ਉਪਾਏ। ਭਾਈ ਸੇਵਾਦਾਸ ਜੀ ਮਾਤਾ ਜੀ ਦੇ ਪੁੱਤਰ, ਸਾਰੀ ਕਸ਼ਮੀਰ ਦੀ ਸੰਗਤ, ਸ੍ਰੀਨਗਰ ਦੀ ਸੰਗਤ, ਹਿੰਦੂ ਮੁਸਲਮਾਨ ਸਭ ਇਕੱਠੇ ਹੋ ਗਏ। ਮਾਤਾ ਜੀ ਦੇ ਵਾਸਤੇ ਬੜੀ ਸੁੰਦਰ ਲੱਕੜੀ ਲਿਆਂਦੀ ਤੇ ਸੰਸਕਾਰ ਦੀ ਤਿਆਰੀ ਕੀਤੀ। ਸੇਵਾਦਾਸ ਆਦ ਸਿੱਖ ਸਾਰੇ, ਭਾਈ ਸੇਵਾਦਾਸ ਜੀ ਅਤੇ ਹੋਰ ਸਾਰੀਆਂ ਸੰਗਤਾਂ ਕਰਤ ਭਜਨ ਸਭ ਕਾਰ ਸੁਧਾਰੇ। ਕੋਈ ਬਾਣੀ ਪੜ੍ਹ ਰਿਹਾ, ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਤੇ ਸਾਰੀ ਸੰਸਕਾਰ ਦੀ ਤਿਆਰੀ ਕਰ ਰਹੇ ਨੇ। ਜਥਾ ਸ਼ਕਤ ਤੇ ਕੀਨ ਬਿਮਾਨਾ, ਯਥਾ ਸ਼ਕਤ ਸੋਹਣਾ ਬਿਮਾਨ ਸਜਾਇਆ ਹੈ। ਕੰਧ ਉਠਾਏ ਕਰਿਓ ਪਿਆਨਾ, ਤੇ ਕੰਧੇ ਧਰ ਕੇ ਮਾਤਾ ਜੀ ਦਾ ਸਰੀਰ ਚੱਲ ਪਈ ਸੰਗਤ। ਧਰੀ ਚਿਖਾ ਪਰ ਪਾਵਕ ਬਾਰੀ, ਤੇ ਚਿਖਾ ਦੇ ਉੱਤੇ ਰੱਖ ਕੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ, ਭਾਈ ਸੇਵਾਦਾਸ ਜੀ, ਸਾਰੀ ਸੰਗਤ ਰਲ ਕੇ ਸੰਸਕਾਰ ਕਰ ਦਿੱਤਾ। ਤਤ ਛਿਨ ਦਹਿ ਭਸਮ ਕਰ ਡਾਰੀ। ਬੰਦਗੀ ਵਾਲੀਆਂ ਰੂਹਾਂ ਦੀ ਇੱਕ ਨਿਸ਼ਾਨੀ ਸੁਣੀ ਦੀ ਹੈ ਵੀ ਸੰਸਕਾਰ ਬੜੀ ਛੇਤੀ ਹੁੰਦਾ। ਇਹ ਵੀ ਗੱਲਾਂ ਪ੍ਰੈਕਟੀਕਲ ਤਜਰਬੇ ਵਾਲੇ ਮਹਾਂਪੁਰਸ਼ਾਂ ਤੋਂ ਸੁਣੀਆਂ ਵੇਖੀਆਂ ਨੇ। ਕਈ ਬੰਦਿਆਂ ਦੇ ਉੱਤੇ ਦੋਹਰੀ ਵਾਰੀ ਤੇਹਰੀ ਵਾਰੀ ਬਾਲਣ ਪਾਈਦਾ, ਫਿਰ ਵੀ ਸਰੀਰ ਨਹੀਂ ਸੜਦਾ। ਤੇ ਕਈ ਮਹਾਂਪੁਰਸ਼ ਬੰਦਗੀ ਵਾਲੇ ਇਹੋ ਜਿਹੇ ਵੀ ਸੰਸਕਾਰ ਅਗਨੀ ਲਾਈ ਤੇ 10 ਮਿੰਟਾਂ 'ਚ ਸਾਰਾ ਕੁਝ ਸਮਾਪਤ ਹੋ ਜਾਂਦਾ। ਤਤ ਛਿਨ, ਉਹ ਦੇਹ ਅਲੋਪ ਹੋ ਜਾਂਦੀ ਹੈ। ਉਹ 5 ਤੱਤਾਂ 'ਚ 5 ਤੱਤ ਰਲ ਜਾਂਦੇ ਨੇ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਉਸ ਜਲਤ ਪਿਆ। ਇਹ ਬ੍ਰਹਮ ਗਿਆਨੀ ਨੂੰ ਸਮਝ ਆਉਂਦੀ ਕੌਤਕ ਕੀ ਵਰਤਦਾ। ਏਦਾਂ ਮਾਤਾ ਜੀ ਸਰੀਰ ਤਿਆਗ ਕੇ ਬ੍ਰਹਮ ਜਲੀਨ ਹੋ ਗਏ। ਜਬ ਤਨ ਜਰਿਓ ਭਇਓ ਨਭ ਲਾਲ, ਜਦੋਂ ਮਾਤਾ ਜੀ ਦਾ ਸੰਸਕਾਰ ਹੋਇਆ ਨਾ, ਆਕਾਸ਼ ਲਾਲੀ ਆ ਗਈ, ਸਾਰਾ ਆਕਾਸ਼ ਲਾਲੀ ਲਾਲੀ 'ਚ ਹੋ ਗਿਆ। ਪਿਖ ਸਭ ਚਰਜ ਕਰਿਓ ਵਿਸਾਲ, ਸਾਰੀ ਸੰਗਤ ਵੇਖ ਕੇ ਹੈਰਾਨ ਸੀ ਵੀ ਅੱਜ ਆਕਾਸ਼ ਇੰਨਾ ਲਾਲ ਕਿਵੇਂ ਹੋ ਗਿਆ। ਮਣਿਨ ਖਚਿਓ ਇੱਕ ਆਏ ਬਿਮਾਨ, ਕਿਉਂਕਿ ਆਕਾਸ਼ ਤੋਂ ਇੱਕ ਵਿਮਾਨ ਉਤਰਿਆ ਜਿਹਦੇ ਵਿੱਚ ਹੀਰੇ ਮੋਤੀ ਮਣੀਆਂ ਜਵਾਹਰਾਤ ਜੜੇ ਹੋਏ ਸਨ। ਸੁਰ ਸਰੂਪ ਹੋਏ ਚੜੀ ਸੁਜਾਨ, ਧੰਨ ਮਾਤਾ ਭਾਗ ਭਰੀ ਜੀ ਦੇਵ ਰੂਪ ਹੋ ਗਏ, ਬ੍ਰਹਮ ਰੂਪ ਹੋ ਗਏ। ਉਸ ਵਿਮਾਨ ਵਿੱਚ ਸਵਾਰ ਹੋ ਕੇ ਉਹਨਾਂ ਦੀ ਆਤਮਾ ਦਿਵ ਸਰੂਪ ਵਿਭੂਖਨ ਬਸਨ, ਬੜੇ ਦਿਵਿਆਈ ਸਰੂਪ ਦੇ ਧਾਰਨੀ ਹੋ ਗਏ ਮਾਤਾ ਜੀ। ਦਿਵਿਆਈ ਉਹਨਾਂ ਦੇ ਗਹਿਣੇ ਸਨ, ਦਿਵਿਆਈ ਉਹਨਾਂ ਦੇ ਬਸਤਰ ਸਨ। ਮੰਦ ਮੰਦ ਸੁੰਦਰ ਮੁਖ ਹਸਨ, ਤੇ ਮਾਤਾ ਜੀ ਮੁਸਕਰਾਉਂਦੇ ਜਾ ਰਹੇ ਸਨ, ਖੁਸ਼ ਹੋ ਕੇ ਜਾ ਰਹੇ ਸਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਹੱਸਦੇ ਹੱਸਦੇ ਜਾ ਰਹੇ ਸਨ। ਹਾਂਜੀ, ਸਗਰੇ ਲੋਕ ਉਲੰਘਤ ਗਈ, ਸਾਰੇ ਲੋਕਾਂ ਨੂੰ
ਰਸਤੇ 'ਚ ਜਮ ਲੋਕ ਔਰ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਵਗੈਰਾ ਵਗੈਰਾ ਬੜੇ ਲੋਕ ਆਉਂਦੇ ਹਨ। ਇਹ ਵੱਖਰੀਆਂ ਵੱਖਰੀਆਂ ਪੁਰੀਆਂ ਹਨ ਸਾਧ ਸੰਗਤ ਜੀ। ਪਿੱਤਰਾਂ ਦੀ ਪਿੱਤਰ ਲੋਕਪੁਰੀ ਹੈ, ਇੰਦਰ ਦੇਵਤਾ ਦੀ ਇੰਦਰਪੁਰੀ ਹੈ, ਬ੍ਰਹਮੇ ਦੀ ਬ੍ਰਹਮਪੁਰੀ ਹੈ, ਔਰ ਸ਼ਿਵ ਜੀ ਦੀ ਸ਼ਿਵਪੁਰੀ ਹੈ। ਜਿੰਨੇ ਦੇਵਤੇ ਹਨ ਸਾਰਿਆਂ ਦੀਆਂ ਪੁਰੀਆਂ ਲੰਘ ਗਈ ਮਾਤਾ ਭਾਗ ਭਰੀ। ਯਾਨੀ ਸਾਰਿਆਂ ਤੋਂ ਉੱਪਰ ਜਿਹੜਾ ਸਥਾਨ ਹੈ ਉਹ ਕਿਹੜਾ ਹੈ? ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਉਸ ਜਗ੍ਹਾ ਤੇ ਮਾਤਾ ਜੀ ਪਹੁੰਚ ਗਏ ਹਨ। ਸਤਿਗੁਰ ਪੁਰ ਕੋ ਪ੍ਰਾਪਤ ਭਈ। ਸ਼ਿਵ ਜੀ ਮਹਾਰਾਜ ਦੀ ਪੁਰੀ, ਬ੍ਰਹਮਾ ਜੀ ਦੀ ਪੁਰੀ, ਇੰਦਰ ਦੀ ਪੁਰੀ, ਇਹ ਦੇਵੀ ਦੇਵਤਿਆਂ ਦੀਆਂ ਪੁਰੀਆਂ ਤੋਂ ਉੱਪਰ ਸਤਿਗੁਰਾਂ ਦੀ ਪੁਰੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਥਾਨ ਸਭ ਤੇ ਵੱਡਾ। ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਉਹ ਸਾਰੀਆਂ ਪੁਰੀਆਂ ਟੱਪ ਕੇ ਗੁਰੂ ਦੀ ਪੁਰੀ 'ਚ ਮਾਤਾ ਜੀ ਬਿਰਾਜ ਗਏ ਜਾ ਕੇ। ਅਨੇਕ ਦੇਵਗਣ ਸਾਦਰ ਸਾਥ। ਜਿਹੜੇ ਦੇਵਤੇ ਸਨ 33 ਕਰੋੜ ਮਾਤਾ ਜੀ ਦਾ ਵਿਮਾਨ ਮੋਢਿਆਂ ਤੇ ਚੁੱਕ ਕੇ ਲਿਜਾ ਰਹੇ ਸਨ ਸੱਚਖੰਡ ਨੂੰ। ਵੱਡੇ ਵੱਡੇ ਦੇਵਤੇ ਆਰਤੀ ਉਤਾਰ ਰਹੇ ਸਨ। ਸ਼ੰਖਨ ਕੀ ਧੁਨ, ਘੰਟਨ ਕੀ ਕਾਰ, ਫੂਲਨ ਕੀ ਬਰਖਾ ਬਰਖਾਵੇ। ਆਰਤੀ ਕੋਟ ਕਰੈ ਸੋਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇ। ਮਾਤਾ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ, ਰਣ ਸਿੰਘੇ ਵਜਾਉਂਦੇ ਤੇ ਬੜੇ ਵਾਜੇ ਗਾਜਿਆਂ ਨਾਲ ਮਾਤਾ ਜੀ ਦੀ ਆਤਮਾ ਨੂੰ ਲੈ ਕੇ ਜਾ ਰਹੇ ਸਨ। ਜੈ ਜੈਕਾਰ ਹੋ ਰਹੀ ਸੀ। ਹਾਂਜੀ, ਪਹੁੰਚਾਈ ਜੋਰਤ ਜੁਗ ਹਾਥ। ਏਦਾਂ ਦੇਵਤੇ ਹੱਥ ਜੋੜ ਕੇ ਖੜੇ ਸਨ। ਸਾਧ ਸੰਗਤ ਜੀ, ਇਹ ਪ੍ਰਸੰਗ ਤੋਂ ਸਿੱਖਿਆ ਇਹ ਮਿਲਦੀ ਹੈ, ਜੈਸੇ ਸਤਿਗੁਰੂ ਵੱਡੇ ਹਨ ਤੈਸੇ ਸਤਿਗੁਰਾਂ ਦੇ ਸਿੱਖ ਵੀ ਵੱਡੇ ਹਨ। ਕੋਈ ਦੇਵੀ ਦੇਵਤਾ ਵੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਸਮਸਤ ਸ਼ਕਤੀਆਂ ਬ੍ਰਹਮੰਡ ਦੀਆਂ ਗੁਪਤ ਪ੍ਰਗਟ ਗੁਰੂ ਕੇ ਸਿੱਖਾਂ ਦੀ ਤਾਬੇਦਾਰੀ ਕਰਦੀਆਂ ਹਨ। ਪਰ ਮੇਰੇ ਵਰਗਾ ਚੋਲੇ ਪਾਉਣ ਵਾਲਾ ਹੀ ਨਾ ਹੋਵੇ, ਮਾਈ ਭਾਗ ਭਰੀ ਵਰਗਾ ਪ੍ਰੇਮੀ ਹੋਵੇ। ਆਖੋ ਸ੍ਰੀ ਵਾਹਿਗੁਰੂ। ਕਹਿਣ ਨੂੰ ਅਸੀਂ ਸਾਰੇ ਹੀ ਸਿੱਖ ਬਣੇ ਫਿਰਦੇ ਹਾਂ, ਠੇਕੇਦਾਰ ਆ ਧਰਮ ਦੇ। ਗੁਰੂ ਦਾ ਪਿਆਰ ਤਾਂ ਸਾਡੇ ਰੋਮ 'ਚ ਕਦੀ ਝਲਕਿਆ ਹੀ ਨਹੀਂ। ਪਰ ਮਾਤਾ ਜੀ ਦੀ ਅਵਸਥਾ ਕਿੱਥੇ ਸੀਗੀ ਵੀ ਦੇਵਤੇ ਨਮਸਕਾਰਾਂ ਕਰ ਰਹੇ ਸਨ, ਚਰਨਾਂ ਦੇ ਬੰਦਨਾ ਕਰ ਰਹੇ ਸਨ। ਬ੍ਰਹਮਾ ਜੀ ਵੀ ਮੱਥਾ ਟੇਕ ਰਹੇ ਸਨ, ਸ਼ਿਵ ਜੀ ਵੀ ਮੱਥਾ ਟੇਕ ਰਹੇ ਸਨ। ਕਿਉਂਕਿ ਗੁਰੂ ਕੀ ਸਿੱਖਣੀ ਧੰਨ ਮਾਤਾ ਭਾਗ ਭਰੀ ਬੜੀ ਉੱਚੀ ਆਤਮਾ ਸੀ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਪਿਆਰਿਆਂ ਦੀ ਖੇਡ ਕਿੰਨੀ ਉੱਚੀ ਹੈ। ਭਾਈ ਸਾਹਿਬ ਜੀ ਲਿਖ ਰਹੇ ਨੇ, ਸਾਰੀਆਂ ਪੁਰੀਆਂ ਟੱਪ ਕੇ ਚਲੀ ਗਈ ਹੈ। ਜੈ ਜੈ ਕਰਤ ਛੋਰ ਮੁਰ ਆਇਸ। ਜਿੱਥੇ ਤੱਕ ਬ੍ਰਹਮਾ ਜੀ ਦੀ ਪਹੁੰਚ ਹੈ ਉੱਥੋਂ ਤੱਕ ਉਹ ਜਾਂਦੇ ਨੇ ਛੱਡਣ। ਉਸ ਤੋਂ ਪਿੱਛੇ ਕਹਿੰਦੇ ਮੈਂ ਇਸ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ, ਵਾਪਸ ਮੁੜ ਆਏ। ਜਿੱਥੋਂ ਤੱਕ ਸ਼ਿਵ ਜੀ ਮਹਾਰਾਜ ਦੀ ਪਹੁੰਚ ਹੈ ਉਹ ਵੀ ਗਏ, ਉਹ ਵੀ ਵਾਪਸ ਮੁੜ ਆਏ। ਕਿਉਂਕਿ ਮਾਤਾ ਨੇ ਉੱਪਰ ਜਾਣਾ ਸਾਰਿਆਂ ਤੋਂ, ਸੋ ਆਪਣੀ ਥਾਂ ਤੱਕ, ਆਪਣੀ ਹੱਦ ਤੱਕ ਗਏ ਨੇ। ਫਿਰ ਨਮਸਕਾਰ ਕਰਕੇ ਮੁੜ ਆਏ ਨੇ ਦੇਵਤੇ। ਉੱਤਮ ਮਹਿਮਾ ਤਿਸ ਕੀ ਗਾਇਸ। ਧੰਨ ਮਾਤਾ ਭਾਗ ਭਰੀ ਜੀ, ਧੰਨ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਾ ਲਿਆ ਹੈ। ਜਿਸ ਗੁਰੂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਪਾ ਸਕਦੇ, ਉਸ ਗੁਰੂ ਮਹਾਰਾਜ ਪਰਮੇਸ਼ਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਦਿਆਂ ਹੋਇਆਂ ਮਾਤਾ ਜੀ ਨੇ ਝੋਲਾ ਛੱਡਿਆ ਹੈ, ਪੰਜ ਭੂਤਕ ਸਰੀਰ ਦਾ ਤਿਆਗ ਕੀਤਾ ਹੈ। ਗੁਰ ਪਗ ਪੰਕਜ ਪ੍ਰੇਮ ਵਿਸਾਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨ ਕਮਲਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਮਾਤਾ ਭਾਗ ਭਰੀ ਜੀ ਨੇ ਕੀਤਾ ਹੈ। ਤਿਸ ਤੇ ਆਸ ਪਦ ਲਹਿ ਤਤਕਾਲਾ। ਉਸ ਪਰਮ ਪ੍ਰੇਮ ਤੋਂ ਇਹ ਪਦਵੀ ਮਿਲੀ ਹੈ। ਗੁਰੂ ਦੇ ਪਿਆਰ ਵਿੱਚੋਂ ਇਹ ਅਵਸਥਾ ਮਿਲਦੀ ਹੈ ਜਿੱਥੇ ਦੇਵਤੇ ਵੀ ਨਮਸਕਾਰ ਕਰਦੇ ਹਨ। ਤਪ ਜਪ ਦਾਨ ਜਗ ਨਹਿ ਕੀਨਾ। ਤਪ ਜਪ ਦਾਨ ਇਹ ਜਿੰਨੇ ਜਗ ਕਰਮ ਲੋਕ ਕਰਦੇ ਨੇ, ਕਾਹਦੇ ਵਾਸਤੇ ਕਰਦੇ ਨੇ?
ਵੀ ਸਾਨੂੰ ਅਖੀਰਲੇ ਸਮੇਂ ਭਗਵਾਨ ਦੀ ਯਾਦ ਆਵੇ, ਸਾਡਾ ਧਿਆਨ ਇੱਧਰ ਉੱਧਰ ਨਾ ਜਾਵੇ। ਪਰ ਮਾਈ ਭਾਗ ਭਰੀ ਨੇ ਤੇ ਕੋਈ ਤਪ ਨਹੀਂ ਕੀਤਾ, ਕੋਈ ਜਪ ਨਹੀਂ ਕੀਤਾ, ਕੋਈ ਹਵਨ ਵੀ ਨਹੀਂ ਕੀਤਾ, ਕੋਈ ਯੱਗ ਵੀ ਨਹੀਂ ਕੀਤਾ। ਗੁਰੂ ਪ੍ਰੇਮ ਤੇ ਸ਼ੁਭ ਗਤ ਲੀਨਾ। ਬਸ ਕੱਲਾ ਗੁਰੂ ਦਾ ਪਿਆਰ ਹੀ, ਗੁਰੂ ਦੀ ਭਗਤੀ ਕੀਤੀ, ਗੁਰੂ ਦੀ ਭਗਤੀ ਨਾਲ ਇੱਥੇ ਪਹੁੰਚ ਗਈ। ਜਿਹੜੀ ਅਵਸਥਾ ਜਪ ਤਪ ਕਰਨ ਵਾਲਿਆਂ ਨੂੰ ਵੀ ਔਖੀ ਮਿਲਦੀ ਹੈ, ਮਾਤਾ ਭਾਗ ਭਰੀ ਜੀ ਬਿਨਾਂ ਜਪ ਤਪ ਦੇ ਹੀ ਉਹ ਅਵਸਥਾ ਪ੍ਰਾਪਤ ਕਰ ਗਏ ਹਨ। ਕਲ ਮਹਿ ਮਾਨਵ ਅਸ ਸ੍ਰੀ ਗੁਰ ਕੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਯੁਗ ਦੇ ਸਮੇਂ ਵਿੱਚ ਐਸੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਸੇਕ ਤਿਸ ਤੇ ਆਸਪਦ ਲਹਿ ਤਤਕਾਲਾ। ਸੇਵ ਹੈ ਜੇ ਨਾ ਪ੍ਰੇਮ ਕਰ ਉਰ ਕੋ। ਇਹੋ ਜਿਹੇ ਸਤਿਗੁਰਾਂ ਨੂੰ ਜੇ ਕੋਈ ਕਲਯੁਗ ਦੇ ਸਮੇਂ 'ਚ ਪ੍ਰੇਮ ਨਾਲ ਨਹੀਂ ਸੇਵਦਾ, ਐਸੋ ਜਿਹੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਨੂੰ ਜਿਹੜਾ ਸਿੱਖ ਹੋ ਕੇ ਵੀ ਯਾਦ ਨਹੀਂ ਕਰਦਾ। ਵੈਸੇ ਤਾਂ ਹਰ ਮਨੁੱਖ ਨੂੰ ਜਿਹੜਾ ਇਸ ਦੁਨੀਆ ਤੇ ਆਇਆ ਹੈ ਉਹਨੂੰ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜ ਲਏ, ਜਿਵੇਂ ਭਾਈ ਕੱਟੂ ਸ਼ਾਹ ਜੀ ਨੇ ਫੜੇ ਹਨ ਗੁਰੂ ਸਾਹਿਬ ਦੇ ਚਰਨ, ਜਿਵੇਂ ਮਾਈ ਭਾਗ ਭਰੀ ਜੀ ਨੇ ਫੜੇ ਹਨ। ਕੱਟੂ ਸ਼ਾਹ ਮੁਸਲਮਾਨ ਹੈ, ਭਾਗ ਭਰੀ ਬ੍ਰਾਹਮਣਾਂ ਦੀ ਧੀ ਹੈ, ਪਰ ਗੁਰੂ ਅੱਗੇ ਕੋਈ ਸਵਾਲ ਨਹੀਂ। ਹਿੰਦੂ ਮੁਸਲਮਾਨ ਕੋਈ ਹੋਵੇ, ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ। ਜਿਨ ਕਹਿਤਾ ਨਾ, ਜਿਨ ਵਿੱਚ ਸਾਰੇ ਹੀ, ਕੋਈ ਕੰਡੀਸ਼ਨ ਤਾਂ ਨਹੀਂ ਵੀ ਕਿਹੜਾ ਹੈ ਕਿਹੜੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕੀਤਾ ਮਾਤਾ ਜੀ ਨੇ, ਇਹੋ ਜਿਹੀ ਪਦਵੀ ਨੂੰ ਪਹੁੰਚ ਗਏ ਹਨ। ਭਾਗਹੀਨ ਤਿਨ ਤੇ ਕੋ ਪਰ। ਤੇ ਜਿਹੜਾ ਬੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜਦਾ, ਨਹੀਂ ਦੁਨੀਆ 'ਚ ਵੀ ਆਇਆ, ਮਨੁੱਖਾ ਜਨਮ ਵੀ ਮਿਲਿਆ, ਸਿੱਖਾਂ ਦੇ ਘਰ ਵੀ ਜਨਮ ਲਿਆ, ਪੰਜਾਬੀ ਵੀ ਬੋਲ ਲੈਂਦਾ, ਪੜ੍ਹ ਵੀ ਲੈਂਦਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਨਹੀਂ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਨਹੀਂ ਜਪਦਾ, ਉਹਦੇ ਤੋਂ ਮਾੜੇ ਕਰਮਾਂ ਵਾਲਾ ਕਿਹੜਾ ਹੋ ਸਕਦਾ। ਭਾਗਹੀਣ ਬੰਦਾ ਉਹ ਜਿਹੜਾ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨ ਨਹੀਂ ਫੜਦਾ। ਅਸ ਸੁਖੇਨ ਜੇ ਕਾਜ ਨਾ ਕਰੈ। ਇਹੋ ਜਿਹਾ ਸੌਖਾ ਕੰਮ ਨਹੀਂ ਕਰਦਾ, ਹੋਰ ਫਿਰ ਕਿੱਦਾਂ ਮੁਕਤੀ ਹੋਵੇਗੀ? ਹੋਰ ਕੀ ਚਾਹੀਦਾ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਨੂੰ ਗਰੀਬਾਂ ਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ। ਅਸੀਂ ਗੋਤੇ ਖਾ ਰਹੇ ਹਾਂ, ਜੰਮਣ ਮਰਨ ਦੇ ਚੱਕਰ 'ਚ ਪਏ ਹਾਂ, ਪਾਪਾਂ ਬੁਰਾਈਆਂ 'ਚ ਫਸੇ ਹੋਏ ਹਾਂ। ਮਹਾਰਾਜ ਕਿਰਪਾ ਕਰ ਦਿਓ, ਸਾਡੀ ਬਾਂਹ ਫੜ ਲਓ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਇਸ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਇਸ ਤਰ੍ਹਾਂ ਜੇ ਅਰਦਾਸ ਕਰੀਏ, ਬੜ ਪੁੰਨਨ ਕੋ ਜੇ ਫਲ ਹੋਈ। ਕਹਿੰਦੇ ਬੜੇ ਪੁੰਨ ਕੀਤੇ ਹੋਣ ਤੇ ਉਹਨਾਂ ਪੁੰਨਾਂ ਦਾ ਫਲ ਮਿਲੇ ਤਾਂ ਅਸ ਸਤਿਗੁਰ ਪ੍ਰਾਪਤ ਹੋਈ। ਤਾਂ ਇਹੋ ਜਿਹੇ ਮਹਾਰਾਜ ਮਿਲਦੇ ਨੇ, ਛੇਵੇਂ ਪਾਤਸ਼ਾਹ ਵਰਗੇ ਗੁਰੂ ਮਿਲਦੇ ਨੇ। ਹਾਂਜੀ, ਦੂਰ ਉਲੰਘੇ ਬਿਖਮ ਪਹਾੜ। ਦੇਖੋ ਮਹਾਰਾਜ ਮਾਤਾ ਭਾਗ ਭਰੀ ਦੇ ਵਾਸਤੇ ਐਡੇ ਔਖੇ ਕਠਿਨ ਪਹਾੜਾਂ 'ਚ ਘੋੜੇ ਤੇ ਬਹਿ ਕੇ 1000-1500 ਮੀਲ ਤੋਂ ਉੱਪਰ ਦਾ ਪੈਂਡਾ ਤੈਅ ਕੀਤਾ ਹੈ। ਦੀਨਸ ਦਰਸ਼ਨ ਸਦਨ ਮਝਾਰ। ਜਾ ਕੇ ਮਾਤਾ ਜੀ ਨੂੰ ਘਰ ਜਾ ਕੇ ਦਰਸ਼ਨ ਦਿੱਤੇ, ਕਿਉਂਕਿ ਮਾਤਾ ਜੀ ਇੰਨੀ ਬਿਰਧ ਸੀ ਵੀ ਉਹ ਮੰਜੇ ਤੋਂ ਉੱਠ ਕੇ ਸਫ਼ਰ ਨਹੀਂ ਸੀ ਕਰ ਸਕਦੀ। ਬਿਰਧ ਸੀ, 100 ਸਾਲ ਦੀ ਸੀ, ਉਹ ਅੰਮ੍ਰਿਤਸਰ ਕਦੀ ਵੀ ਨਹੀਂ ਸੀ ਆ ਸਕਦੀ, ਪਰ ਉਹਦੀ ਅਰਦਾਸ ਸੁਣ ਕੇ ਉਹਨੂੰ ਦਰਸ਼ਨ ਦੇਣ ਲਈ ਉਹਦੇ ਘਰ ਪਹੁੰਚ ਗਏ। ਨਿਜ ਹਜ਼ੂਰ ਹੋਏ ਤਨ ਤਜ ਵਾਏ। ਤੇ ਮਾਤਾ ਜੀ ਨੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਾਤਾ ਜੀ ਨੇ ਉਹਨੂੰ ਦਰਸ਼ਨ ਦੇ ਕੇ ਸਤਿਗੁਰੂ ਜੀ ਨੇ ਮਾਤਾ ਜੀ ਦੀ ਮੁਕਤੀ ਕੀਤੀ। ਭਾਵ ਉਹਨਾਂ ਨੇ ਸਰੀਰ ਛੱਡਿਆ ਤੇ ਗੁਰੂ ਚਰਨਾਂ 'ਚ ਲੀਨ ਹੋ ਗਏ। ਅਚਲੋਤਮ ਪਦ ਦਈ ਪੁਚਾਏ। ਉਹ ਪਦਵੀ ਜਿਹੜੀ ਅਚਲ ਹੈ, ਉੱਤਮ ਪਦਵੀ ਹੈ, ਉੱਥੇ ਪਹੁੰਚ ਗਏ ਮਾਤਾ ਜੀ। ਅਸ ਕਿਰਪਾਲ ਗੁਰ ਪ੍ਰਭੂ ਵਿਸਾਲ। ਐਸੇ ਕਿਰਪਾਲੂ ਸਤਿਗੁਰੂ ਜੀ ਸਿਮਰੋ ਮਨ ਤਜ ਅਪਰ ਜੰਜਾਲ। ਇਹ ਭਾਈ ਸਿੱਖੋ, ਸਾਰੇ ਜੰਜਾਲ ਛੱਡ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਮੇਰੀ ਪੀਰੀ ਦੀ ਸਰਕਾਰ ਸੱਚੇ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਭਾਈ ਸਿੱਖੋ। ਕਰੋ ਆਰਾਧਨ ਪ੍ਰੇਮੀ ਹੋਏ। ਪ੍ਰੇਮ ਨਾਲ ਯਾਦ ਕਰੋ, ਅੱਜ ਤੁਹਾਡੇ ਕੋਲ ਆ ਜਾਣਗੇ।
ਹੁਣੇ ਹੀ ਤੁਹਾਡੇ ਕੋਲ ਨੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਜਿਹੜਾ ਪ੍ਰੇਮ ਨਾਲ ਆਖਦਾ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਦੇ ਅੰਗ ਸੰਗ ਨੇ ਛੇਵੇਂ ਪਾਤਸ਼ਾਹ। ਹਾਂਜੀ, ਜੀਵਤ ਨਹਿ ਬਿਸਰਾਵ ਹੋ ਸੋਏ। ਜਿਉਂਦੇ ਜੀ ਨਾ ਭੁਲਾਓ, ਜਿਉਂਦੇ ਜੇ ਜਿੰਨਾ ਚਿਰ ਸਵਾਸ ਨੇ ਨਾ ਉਹਨਾਂ ਚਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਰੱਖੋ। ਇਸ ਪ੍ਰਕਾਰ ਸਤਿਗੁਰ ਤਹਿ ਬਾਸੇ। ਇਸ ਤਰ੍ਹਾਂ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਸ੍ਰੀ ਨਗਰ 'ਚ ਰਹੇ ਹਨ। ਸਿੱਖਨ ਕੇ ਕਰ ਕਾਰਜ ਰਾਸੇ। ਸਿੱਖਾਂ ਦੇ ਕਾਰਜ ਰਾਸ ਕੀਤੇ ਹਨ। ਬਹੁ ਦਾਸਨ ਕੇ ਕਰਿਓ ਪ੍ਰਕਾਸ਼ੂ। ਔਰ ਸਿੱਖਾਂ ਦੇ ਹਿਰਦੇ 'ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਸੰਸੇ ਜੁਤ ਅਗਿਆਨ ਅਬਿਨਾਸੂ। ਸਿੱਖਾਂ ਦੇ ਸੰਸੇ ਦੂਰ ਕੀਤੇ ਹਨ। ਸ੍ਰੀ ਮੁਖ ਤੇ ਆਗਿਆ ਤਬ ਕਰੀ। ਫਿਰ ਮਹਾਰਾਜ ਨੇ ਆਗਿਆ ਦਿੱਤੀ। ਸੇਵਾਦਾਰ ਆਏ ਤਿਸ ਘਰੀ। ਸੇਵਾਦਾਸ ਜੀ ਆ ਗਏ। ਸਤ ਸੰਗਤ ਕੋ ਦੇਹੋ ਆਹਾਰਾ। ਮਹਾਰਾਜ ਕਹਿੰਦੇ ਭਾਈ ਲੰਗਰ ਤਿਆਰ ਕਰੋ, ਸੰਗਤ ਨੂੰ ਛਕਾਓ। ਭੋਜਨ ਰਚੋ ਅਨੇਕ ਪ੍ਰਕਾਰਾ। ਵਧੀਆ ਪ੍ਰਕਾਰ ਦਾ ਸੋਹਣਾ ਭੋਜਨ ਬਣਾਓ। ਸਤ ਛਿਨ ਸਭ ਵਸਤੂ ਅਨਵਾਏ। ਸਭ ਚੀਜ਼ਾਂ ਮੰਗਵਾਈਆਂ ਲੰਗਰ ਦੀਆਂ, ਰਸਤਾਂ ਬਸਤਾਂ। ਸੇਵਾ ਦਾਸ ਕਰੀ ਸਮੁਦਾਏ। ਮਾਈ ਭਾਗ ਭਰੀ ਦੇ ਸਪੁੱਤਰ ਸੇਵਾਦਾਸ ਨੇ ਲੰਗਰ ਦੀ ਤਿਆਰੀ ਕੀਤੀ। ਜਗ ਕਰਿਓ ਸੰਗਤ ਮੁਖ ਪਾਇਓ। ਬੜਾ ਵੱਡਾ ਜਗ ਕੀਤਾ ਤੇ ਮਾਤਾ ਜੀ ਦੇ ਨਿਮਿਤ ਸਭ ਨੂੰ, ਗਰੀਬ ਗੁਰਬੇ ਵੱਡੇ ਛੋਟੇ ਨੂੰ, ਸਭ ਨੂੰ ਲੰਗਰ ਛਕਾਇਆ ਸਤਿਗੁਰਾਂ ਨੇ। ਜਿਸ ਜਸ ਚਾਹਿਓ ਸੋ ਤਿਸ ਤਸ ਤਿਸ ਜਿਸ ਖਾਇਓ। ਦੀ ਇੱਛਾ ਜਿਹੋ ਜੀ ਖੀਰ ਕੜਾਹ ਪੂੜੀਆਂ ਵਧੀਆ ਵਧੀਆ ਲੰਗਰ ਤਿਆਰ ਕੀਤੇ। ਦੇਖ ਪ੍ਰਸੰਨ ਭਏ ਗੁਰਦੇਵ। ਮਹਾਰਾਜ ਬੜੇ ਪ੍ਰਸੰਨ ਹੋਏ। ਸੇਵਾ ਦਾਸ ਲਾਏ ਨਿਜ ਸੇਵ। ਸੇਵਾਦਾਸ ਨੂੰ ਆਪਣੀ ਸੇਵਾ ਚਲਾ ਲਿਆ। ਕਰਿਓ ਮਸੰਦ ਦੇਸ਼ ਤਿਸ ਕੇਰਾ। ਭਾਈ ਸੇਵਾਦਾਸ ਨੂੰ ਜੰਮੂ ਕਸ਼ਮੀਰ ਦੇ ਇਲਾਕੇ ਦਾ ਮਸੰਦ ਥਾਪ ਦਿੱਤਾ। ਮਹਾਰਾਜ ਨੇ ਗੱਦੀ ਦੇਤੀ, ਮੰਜੀ ਦੇਤੀ। ਗੁਰੂ ਦਰਬ ਸੰਚੈ ਸੋ ਕਨੇਰਾ। ਭਾਈ ਸੇਵਾਦਾਸ ਉਸ ਇਲਾਕੇ ਦੀ ਕਾਰ ਭੇਟਾ ਇਕੱਠੀ ਕਰਦਾ ਸੀ। ਦੇਗ ਚਲਾਵਨ ਲਾਗਿਓ ਤਹਾਂ। ਉੱਥੇ ਲੰਗਰ ਚਲਾਉਣ ਲੱਗਾ ਸ੍ਰੀ ਨਗਰ ਦੇ ਵਿੱਚ। ਧਰਮਸਾਲ ਰਚ ਸੰਗਤ ਮਹਾ। ਗੁਰਦੁਆਰੇ ਬਣਾਏ ਗਏ, ਸੰਗਤਾਂ ਜੁੜਨ ਲੱਗੀਆਂ। ਅਪਰ ਜਿਤਕ ਧਨ ਸੰਚਾ ਹੋਏ। ਹੋਰ ਜਿੰਨੀ ਮਾਇਆ ਇਕੱਠੀ ਹੁੰਦੀ ਸੀ ਸਤਿਗੁਰ ਢਿਗ ਪਹੁੰਚਾਵੈ ਉਹ ਸੋਏ। ਗੁਰੂ ਕੋਲ ਪਹੁੰਚਾ ਦਿੰਦਾ ਸੀ। ਇਸ ਬਿਦ ਕੋ ਮਸੰਦ ਕਰ ਭਾਰੀ। ਇਸ ਤਰ੍ਹਾਂ ਵੱਡਾ ਮਸੰਦ ਹੋਇਆ ਸੇਵਾਦਾਸ ਕਸ਼ਮੀਰ ਦੇ ਵਿੱਚ। ਸ੍ਰੀ ਹਰਿ ਗੋਬਿੰਦ ਕੀਨਸ ਤਿਆਰੀ। ਗੁਰੂ ਹਰਗੋਬਿੰਦ ਸਾਹਿਬ ਉੱਥੋਂ ਫਿਰ ਵਾਪਸ ਚੱਲਣ ਦੀਆਂ ਤਿਆਰੀਆਂ ਕੀਤੀਆਂ। ਚਲਿਓ ਚਾਹੇ ਨਿਜ ਦੇਸ਼ ਮਝਾਰਾ। ਵਾਪਸ ਪੰਜਾਬ ਆਉਣਾ ਚਾਹੁੰਦੇ ਨੇ ਗੁਰੂ ਜੀ, ਬਲੀ ਵਿਸਾਲ ਪ੍ਰਤਾਪ ਉਦਾਰਾ। ਜਿਨ੍ਹਾਂ ਦਾ ਬੜਾ ਵੱਡਾ ਪ੍ਰਤਾਪ ਹੈ, ਬੜੇ ਬਲੀ ਹਨ ਸਤਿਗੁਰੂ। ਸੋ ਸਾਧ ਸੰਗਤ ਜੀ ਮਹਾਰਾਜ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।